This program is brought to you by The Head Matters, a professional unisex salon, Krishna Lal and Sons, Bansam Di Hatti, Universal Martial Arts Ropad, Morinda Cycles and Kids Mall, Versatile Institute Ropad and Celebrity Unisex Salon. ਸਾਡੀ ਕੋਸ਼ਿਸ਼ ਹੁੰਦੀ ਹੈ ਪੇਸ਼ੈਂਟ ਨੂੰ ਸ਼ਾਮ ਨੂੰ ਜਾਂ ਅਗਲੇ ਨੈਕਸਟ ਡੇ ਤੋਂ ਚੱਲਣਾ ਫਿਰਨਾ ਸ਼ੁਰੂ ਕਰ ਦਿੰਦਾ ਪੇਸ਼ੈਂਟ 5 ਦਿਨ 'ਚ ਪੇਸ਼ੈਂਟ ਇੰਨਾ ਕਿ ਇੰਡੀਪੈਂਡੈਂਟ ਹੋ ਜਾਂਦਾ ਵੀ ਉਹ ਆਪਣੇ ਆਪ ਆਪਣੀ ਰੂਟੀਨ ਐਕਟੀਵਿਟੀਜ਼ ਜਿਵੇਂ ਵਾਸ਼ਰੂਮ ਜਾਣਾ, ਵਾਪਸ ਬੈੱਡ ਤੇ ਆ ਜਾਣਾ, ਉਹਨੂੰ ਕਿਸੇ ਹੈਲਪ ਦੀ ਲੋੜ ਨਹੀਂ ਪੈਂਦੀ ਇਹ ਚੀਜ਼ਾਂ ਕਰਨ ਲਈ। ਬਾਏ ਦਾ ਟਾਈਮ ਉਹ ਕਰ ਜਾਂਦਾ ਤਾਂ ਉਹ ਇਹ ਸਾਰਾ ਕੁਝ ਆਪਣੇ ਆਪ। ਜਦੋਂ ਆਪਣੇ ਗੋਡੇ ਦੀ ਕਹਿੰਦੇ ਆਪਾਂ ਗਰੀਸ ਮੁੱਕ ਗਈ ਜਾਂ ਗੋਡਾ ਘਸਣਾ ਸ਼ੁਰੂ ਹੋ ਗਿਆ, ਅਸੀਂ ਸਿੰਪਲੀ ਉਹਨੂੰ ਜਿੰਨਾ ਪਾਰਟ ਡੈਮੇਜ ਹੈ ਉਹਨੂੰ ਸ਼ੇਵ ਆਫ ਕਰਕੇ ਕੈਪ ਚੜਾ ਦਿੰਦੇ ਆ ਦੋਨੋਂ ਪਾਸੇ। ਜਿਵੇਂ ਅਸਰੀਆਂ ਸੀ ਬਿਕੋਜ਼ ਆਫ ਕਾਰਟਲੇਜ ਘਸਣ ਨਾਲ ਉਹ ਘਸਣਾ ਬੰਦ ਹੋ ਜਾਂਦਾ ਤੇ ਪੇਨ ਚਲਾ ਜਾਂਦਾ। ਬੱਲੇ ਬੱਲੇ ਫਿਲਮ ਦਾ ਰਿਕਾਰਡਸ ਤੋਂ ਪ੍ਰਸਾਰਿਤ ਬੱਲੇ ਬੱਲੇ ਰੇਡੀਓ ਤੋਂ ਮੈਂ ਤੇਜਿੰਦਰ ਚੋਪੜਾ ਆਪ ਸਭ ਦਾ ਨਿੱਘਾ ਸਵਾਗਤ ਕਰਦਾ ਅੱਜ ਦੇ ਹੈਲਥ ਟਾਕ ਸ਼ੋਅ ਵਿੱਚ। ਅੱਜ ਸਾਡੀ ਟੀਮ ਪਹੁੰਚੀ ਹੈ ਪਰਮਾਰ ਹਸਪੀਟਲ ਰੋਪੜ ਵਿਖੇ ਅਤੇ ਸਾਡੀ ਇਸ ਹੈਲਥ ਟਾਕ ਸ਼ੋਅ ਦੇ ਮਹਿਮਾਨ ਹਨ ਡਾਕਟਰ ਰੋਬਿਨ ਬੋਹਟ। ਡਾਕਟਰ ਸਾਹਿਬ ਨਮਸਕਾਰ ਜੀ। ਨਮਸਤੇ ਜੀ। ਬਹੁਤ ਧੰਨਵਾਦ ਜੀ ਸਾਡੀ ਸਾਰੀ ਟੀਮ ਵੱਲੋਂ ਤੁਹਾਡਾ ਕਿ ਤੁਸੀਂ ਅੱਜ ਦੀ ਹੈਲਥ ਟਾਕ ਸ਼ੋਅ ਦੇ ਲਈ ਸਮਾਂ ਕੱਢਿਆ। ਤੁਸੀਂ ਕਾਫੀ ਵਿਅਸਤ ਰਹਿੰਦੇ ਹੋ, ਫਿਰ ਵੀ ਸਰੋਤਿਆਂ ਲਈ ਤੁਸੀਂ ਸਮਾਂ ਕੱਢਿਆ। ਥੈਂਕ ਯੂ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦੀ ਹਾਂ ਬੱਲੇ ਬੱਲੇ ਰੇਡੀਓ ਦਾ, ਜਿਨ੍ਹਾਂ ਨੇ ਮੈਨੂੰ ਤੁਹਾਡੇ ਨਾਲ ਰੂਬਰੂ ਕੀਤਾ ਹੈ ਨਾ, ਲੋਕਾਂ ਦੇ ਨਾਲ ਰੂਬਰੂ ਕੀਤਾ ਤੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਥੈਂਕ ਯੂ ਸੋ ਮਚ। ਡਾਕਟਰ ਸਾਹਿਬ ਮੈਂ ਚਾਹਾਂਗਾ ਕਿ ਸਾਡੇ ਸਰੋਤਿਆਂ ਨੂੰ ਥੋੜਾ ਜਿਹਾ ਆਪਣਾ ਬਰੀਫ ਦੇ ਵਿੱਚ ਪ੍ਰੋਫਾਈਲ ਬਾਰੇ ਜਾਣਕਾਰੀ ਦਿਓ। ਠੀਕ ਹੈ ਜੀ। ਮੈਂ ਇੱਕ ਆਰਥੋਪੈਡਿਕ ਤੇ ਜੁਆਇੰਟ ਰਿਪਲੇਸਮੈਂਟ ਸਰਜਨ ਹਾਂ ਜੀ ਤੇ ਅੱਜ ਕੱਲ੍ਹ ਮੈਂ ਪਰਮਾਰ ਹਸਪੀਟਲ ਰੋਪੜ ਦਾ ਆਰਥੋਪੈਡਿਕ ਡਿਪਾਰਟਮੈਂਟ ਰਨ ਕਰਦਾ ਤੇ ਮੈਂ ਵਿਜ਼ਿਟਿੰਗ ਕੰਸਲਟੈਂਟ ਹਾਂ ਟਰਾਮਾ ਲਈ ਫੋਰਟਿਸ ਹਸਪੀਟਲ ਮੋਹਾਲੀ। ਜੀ ਡਾਕਟਰ ਸਾਹਿਬ ਗੱਲਬਾਤ ਦਾ ਸਭ ਤੋਂ ਪਹਿਲਾਂ ਮੇਰਾ ਕੁਐਸਚਨ ਹੈ ਕਿ ਇਹ ਜਿਹੜੀ ਨੀ ਰਿਪਲੇਸਮੈਂਟ ਤੇ ਅਸੀਂ ਆਪਣੀ ਟਾਕ ਫੋਕਸ ਕਰਦੇ ਹਾਂ, what is total knee replacement? ਇਹ ਹੈ ਕੀ ਹੈ ਅਤੇ ਇਹਦੇ ਕਾਰਨ ਕੀ, ਕਿਉਂ ਲੋੜ ਪੈਂਦੀ ਇਸ ਦੀ ਸਾਨੂੰ ਪੇਸ਼ੈਂਟਸ ਨੂੰ, ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ। ਟੋਟਲ ਨੀ ਰਿਪਲੇਸਮੈਂਟ ਨੂੰ ਸਮਝਣ ਤੋਂ ਪਹਿਲਾਂ ਆਪਾਂ ਨੂੰ ਬਿਮਾਰੀ ਨੂੰ ਸਮਝਣ ਦੀ ਲੋੜ ਹੈ ਜੀ। ਆਪਾਂ ਪਹਿਲਾਂ ਆਰਥਰਾਈਟਸ ਨੂੰ ਸਮਝਦੇ ਹਾਂ। ਆਰਥਰਾਈਟਸ ਕੀ ਹੁੰਦਾ ਹੈ? ਬੇਸਿਕਲੀ ਜਿਹੜੀ ਜੁਆਇੰਟ ਦੀ ਲਾਈਨਿੰਗ ਹੈ ਉਹ ਘਸਣ ਲੱਗ ਜਾਂਦੀ ਹੈ ਜੀ। ਜੁਆਇੰਟ ਦੀ ਲਾਈਨਿੰਗ ਜਦੋਂ ਘਸਣ ਲੱਗ ਜਾਂਦੀ ਹੈ, ਜਿਹਨੂੰ ਅਸੀਂ ਕਾਰਟਲੇਜ ਕਹਿੰਦੇ ਆ, ਫਿਰ ਹੱਡੀਆਂ ਆਪਸ 'ਚ ਰਬ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੀ। ਉਹਨੂੰ ਅਸੀਂ ਕਹਿੰਦੇ ਆ ਵੀ ਹਾਂਜੀ ਆਰਥਰਾਈਟਸ ਹੋ ਗਿਆ। ਤੋ ਆਰਥਰਾਈਟਸ ਬਹੁਤ ਹੀ ਕਾਮਨ ਬਿਮਾਰੀ ਹੈ ਸਪੈਸ਼ਲੀ ਆਪਣੀ ਕੰਟਰੀ 'ਚ। ਡਾਕਟਰ ਸਾਹਿਬ ਜੇ ਆਰਥਰਾਈਟਸ ਦੀ ਗੱਲ ਕਰੀਏ ਤਾਂ ਸਾਡੇ ਦੇਸ਼ ਦੇ ਵਿੱਚ ਜੇਕਰ ਕੰਪੇਅਰ ਕਰੀਏ ਬਾਕੀ ਦੇਸ਼ਾਂ ਨਾਲ ਕਿਉਂ ਜ਼ਿਆਦਾ ਹੈ? ਸਰ ਉਹਦੇ 'ਚ ਇੱਕ ਤਾਂ ਲਾਈਫ ਸਟਾਈਲ ਦਾ ਰੋਲ ਹੈ। ਇੱਕ ਸੈਡੈਂਟਰੀ ਲਾਈਫ ਸਟਾਈਲ ਹੋਣ ਨਾਲ ਜਿਵੇਂ ਵੀ ਹੌਲੀ ਹੌਲੀ ਲੋਕੀ ਜ਼ਿਆਦਾ ਐਕਸਰਸਾਈਜ਼ 'ਚ ਨਹੀਂ ਬਲੀਵ ਕਰਦੇ, ਸੈਡੈਂਟਰੀ ਹੁੰਦਾ ਜਾ ਰਿਹਾ ਸਾਡਾ ਲਾਈਫ ਸਟਾਈਲ, ਉਹਦੇ ਨਾਲ ਵੱਧ ਜਾਂਦਾ ਥੋੜਾ। ਦੂਜਾ ਇਹ ਪ੍ਰੋਬਲਮ ਹੈ ਓਬੈਸਿਟੀ, ਇੱਕ ਬਹੁਤ ਵੱਡਾ ਕਾਰਨ ਹੈ। ਮੈਜੋਰਿਟੀ ਆਫ ਲੋਕੀ ਸਾਡੀ ਸੋਸਾਇਟੀ 'ਚ ਅੱਜ ਕੱਲ੍ਹ ਓਵਰਵੇਟ ਹੈ, ਉਨੀ ਐਕਸਰਸਾਈਜ਼ ਨਹੀਂ ਕਰਦੇ, ਸਾਡਾ ਈਟਿੰਗ ਹੈਬਿਟਸ ਉੱਦਾਂ ਦੀਆਂ ਨੇ। ਤਾਂ ਜਦੋਂ weight ਵੱਧਦਾ ਉਹ ਸਾਰਾ weight ਤੁਹਾਡੇ ਨੀਜ਼ ਤੇ ਹੀ ਆਉਂਦਾ ਜਾਂ ਤੁਹਾਡੇ ਹਿਪਸ ਤੇ ਹੀ ਆਉਂਦਾ, ਉਹ ਵੀ ਇੱਕ ਬਹੁਤ ਵੱਡਾ ਕਾਰਨ ਹੈ। ਸਾਡੀ ਕਮਿਊਨਿਟੀ 'ਚ ਸਪੈਸ਼ਲੀ ਆਪਣੇ ਪੋਪੂਲੇਸ਼ਨ 'ਚ ਲੋਕੀ ਪੈਰਾਂ ਭਾਰ ਬਹੁਤ ਬੈਠਦੇ ਨੇ, ਚੌਂਕੜੀ ਮਾਰ ਕੇ ਬਹੁਤ ਬੈਠਦੇ ਨੇ, ਜੋ ਕਿ ਬਾਕੀ ਕੰਟਰੀਜ਼ 'ਚ ਇੰਨਾ ਨਹੀਂ ਬੈਠਦੇ, ਤਾਂ ਕਰਕੇ ਇਹ ਪ੍ਰੋਬਲਮ ਆਪਣੀ ਕੰਟਰੀ 'ਚ ਥੋੜੀ ਜ਼ਿਆਦਾ ਹੈ। ਜੇ ਆਰਥਰਾਈਟਿਸ ਦੀ ਗੱਲ ਕਰੀਏ ਕਿ ਇਹ ਫੀਮੇਲ ਦੇ ਵਿੱਚ ਜਾਂ ਮੇਲ ਦੇ ਵਿੱਚ ਇਸ ਦਾ ਕੋਈ ਫਰਕ ਹੈ? ਹਾਂਜੀ ਆਲਮੋਸਟ, ਇਹ ਤਾਂ ਬਹੁਤ ਇੰਪੋਰਟੈਂਟ ਹੈ। 70% ਲੋਕੀ ਜਿਵੇਂ 100 ਚੋਂ 70 ਫੀਮੇਲਸ ਹੁੰਦੀਆਂ ਨੇ ਜੀ। ਫੀਮੇਲਸ 'ਚ ਇਨਸੀਡੈਂਸ ਜ਼ਿਆਦਾ ਹੁੰਦਾ ਹੈ ਆਰਥਰਾਈਟਿਸ ਐਜ਼ ਕੰਪੇਅਰ ਟੂ ਮੇਲਸ। ਏਜ ਗਰੁੱਪ ਦੀ ਗੱਲ ਕਰੀਏ ਜਾਂ ਏਜ ਗਰੁੱਪ ਵੀ ਕੋਈ ਖਾਸ ਹੁੰਦਾ ਜਿਸ ਦੇ ਵਿੱਚ ਇਹ ਸਮੱਸਿਆ ਜ਼ਿਆਦਾ ਵੱਧਦੀ ਜਾ ਰਹੀ ਹੈ? ਜਨਰਲੀ 60 ਸਾਲ ਤੋਂ ਉੱਪਰ ਹੀ ਲੋਕਾਂ ਨੂੰ ਪ੍ਰੋਬਲਮ ਆਉਂਦੀ ਹੈ ਔਰ ਜੇ ਕੋਈ ਜਲਦੀ ਪ੍ਰੋਬਲਮ ਆਉਂਦੀ ਹੈ ਤਾਂ ਉਹ ਉਹਦੇ ਕਾਰਨ ਹੁੰਦੇ ਨੇ, ਜਿਵੇਂ ਕਿਸੇ ਦਾ ਕੋਈ ਪਹਿਲਾਂ ਐਕਸੀਡੈਂਟ ਹੋਇਆ ਹੈ ਜਾਂ ਕਿਸੇ ਨੂੰ ਰੂਮੇਟਾਇਡ ਆਰਥਰਾਈਟਸ ਹੈ, ਇਹ ਬਿਮਾਰੀ ਜ਼ਿਆਦਾ ਹੈ, ਤਾਂ ਕਈ ਲੋਕਾਂ 'ਚ ਜਲਦੀ ਹੁੰਦਾ ਹੈ। ਪਰ ਮੈਜੋਰਿਟੀ ਆਫ ਪੀਪਲ ਆਰ ਓਲਡ ਪੀਪਲ, ਬਜ਼ੁਰਗ ਲੋਕਾਂ ਨੂੰ ਹੁੰਦਾ ਜੀ। ਡਾਕਟਰ ਸਾਹਿਬ ਜੇ ਵੈਸੇ ਗੱਲ ਕਰੀਏ ਸਿੰਪਟਮਸ ਦੀ, ਹਾਂਜੀ ਆਰਥਰਾਈਟਿਸ ਦੇ ਸਿੰਪਟਮਸ, ਮੈਂ ਆਪਣੀ ਗੱਲ ਕਰਦਾ, ਮੈਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਮੈਨੂੰ ਆਰਥਰਾਈਟਿਸ ਹੈ ਜਾਂ ਕਿਸ ਤਰ੍ਹਾਂ ਕਿਸੇ ਪੇਸ਼ੈਂਟ ਨੂੰ ਮਹਿਸੂਸ ਪਤਾ ਲੱਗਣਾ ਸ਼ੁਰੂ ਹੁੰਦਾ ਹੈ ਕਿ ਉਸ ਨੂੰ ਆਰਥਰਾਈਟਿਸ ਹੈ? ਆਰਥਰਾਈਟਿਸ ਬੇਸਿਕਲੀ ਤੁਹਾਨੂੰ ਪਤਾ ਲੱਗਦਾ ਵੀ ਮੇਰੇ ਜੋੜਾਂ 'ਚ ਦਰਦ ਹੋ ਰਿਹਾ, ਮੈਂ ਰਾਤ ਨੂੰ ਉੱਠਦਾ, ਮੈਂ ਸਵੇਰੇ ਉੱਠ ਕੇ ਚੱਲਣ ਲੱਗਦਾ, ਮੇਰੇ ਗੋਡੇ ਜਾਮ ਹੁੰਦੇ ਨੇ ਜਾਂ ਮੈਨੂੰ ਦਰਦ ਹੋ ਰਿਹਾ, ਘੁਟਨੇ ਸਟਿਫਨੈਸ ਹੁੰਦੀ ਹੈ, ਮੈਂ ਥੋੜਾ ਚੱਲਦਾ ਫਿਰਦਾ ਥੋੜਾ ਘਟ ਜਾਂਦਾ, ਬਟ ਫਿਰ ਜਦੋਂ ਮੈਂ ਆਪਣਾ ਪੋਸਚਰ ਚੇਂਜ ਕਰਦਾ ਮੈਨੂੰ ਦਰਦ ਹੁੰਦਾ ਚੱਲਦੇ ਫਿਰਦੇ ਜੀ। ਤੋ ਚੱਲਦੇ ਹੋਏ ਦਰਦ ਹੋਣਾ, ਗੋਡਿਆਂ 'ਚ ਸਵੈਲਿੰਗ ਹੋਣਾ,
ਤੁਹਾਡੇ ਚੱਲਦੇ ਹੋਏ ਲਿੰਪ ਕਰਨਾ, ਤੁਹਾਡੀ ਚਾਲ ਬਦਲ ਜਾਣਾ, ਇਹ ਸਾਰੇ ਆਰਥਰਾਈਟਸ ਦੇ ਹੀ ਸਿੰਪਟਮਸ ਹੈ ਜੀ। ਇਹਦਾ ਮਤਲਬ ਉਸ ਤੋਂ ਸਿਗਨਲਸ ਆਣੇ ਸ਼ੁਰੂ ਹੋ ਜਾਂਦੇ ਵੀ ਡਾਕਟਰ ਕੋਲ ਜਾਣ ਦੀ ਲੋੜ ਹੈ। ਹਾਂ। ਤੇ ਜੇ ਅਸੀਂ ਨੀ ਰਿਪਲੇਸਮੈਂਟ ਦੀ ਗੱਲ ਕਰੀਏ ਆਰਥਰਾਈਟਿਸ ਤੋਂ ਬਾਅਦ, ਤਾਂ ਇਹ ਕੀ ਨੀ ਰਿਪਲੇਸਮੈਂਟ ਹੀ ਅੰਤਿਮ ਸੋਲੂਸ਼ਨ ਹੈ ਜਾਂ ਉਸ ਤੋਂ ਪਹਿਲਾਂ ਕੋਈ ਇਸ ਦਾ ਕਿਸ ਤਰ੍ਹਾਂ ਇਸ ਨੂੰ ਕਿਉਰ ਕੀਤਾ ਜਾ ਸਕਦਾ ਹੈ? ਹਾਂਜੀ, ਇਹ ਜਦੋਂ ਆਰਥਰਾਈਟਸ ਦੀ ਸਟੇਜ ਡਿਸਾਈਡ ਕਰਦੀ ਹੈ ਵੀ ਤੁਸੀਂ ਨੀ ਰਿਪਲੇਸਮੈਂਟ ਦੀ ਤੁਹਾਨੂੰ ਲੋੜ ਹੈ ਕਿ ਨਹੀਂ ਹੈ। ਅਗਰ ਤੁਸੀਂ ਬਹੁਤ ਅਰਲੀ ਸਟੇਜ 'ਚ ਹੋ ਤਦ ਤੁਸੀਂ ਐਕਸਰਸਾਈਜ਼ਸ ਕਰਕੇ ਆਪਣਾ weight ਰਿਡਿਊਸ ਕਰਕੇ ਡੈਫੀਨੇਟਲੀ ਆਰਥਰਾਈਟਸ ਕਿਉਰ ਨਹੀਂ ਕੀਤਾ ਜਾ ਸਕਦਾ ਜੀ। ਤੁਸੀਂ ਅਰਲੀ ਸਟੇਜਸ 'ਚ ਉਹਨੂੰ ਡਿਲੇ ਕਰ ਸਕਦੇ ਹੋ। ਤੁਸੀਂ ਡਿਲੇ ਕਰ ਸਕਦੇ ਹੋ। ਡਿਲੇ ਕਰਨ ਦਾ ਤਰੀਕਾ ਵੀ ਤੁਸੀਂ ਆਪਣੀ ਹੈਬਿਟਸ ਸੁਧਾਰੀਆਂ, ਆਪਣੀ ਡਾਈਟ ਇੰਪਰੂਵ ਕੀਤੀ, ਆਪਣਾ weight ਰਿਡਿਊਸ ਕੀਤਾ, ਤੁਸੀਂ ਐਕਸਰਸਾਈਜ਼ ਰੈਗੂਲਰ ਕਰਤੀ, ਵਾਕਸ ਕਰਨ ਲੱਗ ਗਏ। ਡਾਕਟਰ ਸਾਹਿਬ, ਜੇ ਆਰਥਰਾਈਟਿਸ ਦੀ ਗੱਲ ਕਰੀਏ, ਤੁਸੀਂ ਕਿਹੜੇ ਟੈਸਟ ਕਰਕੇ ਕਿਸ ਤਰ੍ਹਾਂ ਡਾਇਗਨੋਸ ਕਰਦੇ ਹੋ? ਅੱਛਾ ਜੀ, ਜਦੋਂ ਸਾਡੇ ਕੋਲ ਕੋਈ ਨੀ ਪੇਨ ਦੇ ਨਾਲ ਆਉਂਦਾ ਹੈ ਤਾਂ ਅਸੀਂ ਇੱਕ ਸਟੈਂਡਿੰਗ ਐਕਸ-ਰੇ ਕਰਾਉਂਦੇ ਆ ਪੇਸ਼ੈਂਟ ਦੇ ਦੋਨੋਂ ਗੋਡਿਆਂ ਦਾ, ਵੀ ਉਹ ਖੜੇ ਹੋ ਕੇ ਐਕਸ-ਰੇ ਕਰੇ, ਕਿਉਂਕਿ ਜਦੋਂ ਅਸੀਂ ਆਪਣੇ ਨੀਜ਼ ਨੂੰ ਯੂਜ਼ ਕਰਦੇ ਆ ਤਾਂ ਅਸੀਂ ਖੜੇ ਹੁੰਨੇ ਆ ਜਾਂ ਚੱਲ ਫਿਰ ਰਹੇ ਹੁੰਨੇ ਆ, ਲੇਟੇ ਹੋਏ ਨੀਜ਼ ਕੋਈ ਕੰਮ ਨਹੀਂ ਕਰਦੇ। ਸੋ ਇੱਕ ਸਟੈਂਡਿੰਗ ਐਕਸ-ਰੇ ਇੱਕ ਬੇਸਿਕ ਇਨਵੈਸਟੀਗੇਸ਼ਨ ਹੈ ਇੱਕ ਨੀ ਪੇਨ ਵਾਲੇ ਪੇਸ਼ੈਂਟ ਲਈ। ਉਹ ਐਕਸ-ਰੇ ਦਾ ਨਾਲ ਇਨਵੈਸਟੀਗੇਟ ਦੈਨ ਅਸੀਂ ਗ੍ਰੇਡ ਕਰਦੇ ਆ ਬਿਮਾਰੀ। ਜੀ ਡਾਕਟਰ ਸਾਹਿਬ, ਸਾਡੇ ਸਰੋਤਿਆਂ ਨੂੰ ਇੱਕ ਮਿਥ ਹੈ ਬੜੀ ਵੱਡੀ ਕਿ ਕੈਲਸ਼ੀਅਮ ਜਿਹੜਾ ਹੈ ਉਹ ਕੀ ਉਹਦੀ ਇਨਟੇਕ ਆਰਥਰਾਈਟਿਸ ਨਾਲ ਮੁਕਾਬਲਾ ਕਰਨ ਲਈ ਹੈਲਪ ਕਰਦੀ ਹੈ, ਔਰ ਕਿਸ ਸਟੇਜ ਤੋਂ ਕੈਲਸ਼ੀਅਮ ਖਾਣਾ ਚਾਹੀਦਾ ਹੈ ਜਾਂ ਸਪਲੀਮੈਂਟਸ ਲੈਣੇ ਚਾਹੀਦੇ ਨੇ ਜਾਂ ਨਹੀਂ ਲੈਣੇ ਚਾਹੀਦੇ? ਤੁਸੀਂ ਕੀ ਕਹਿੰਦੇ ਉਸ ਬਾਰੇ? ਕੈਲਸ਼ੀਅਮ ਸਪਲੀਮੈਂਟਸ ਦਾ ਡਾਇਰੈਕਟਲੀ ਤਾਂ ਆਸਟੀਓਆਰਥਰਾਈਟਿਸ ਨਾਲ ਕੋਈ ਇੰਨਾ ਰੋਲ ਨਹੀਂ ਹੈ। ਸਪੈਸ਼ਲੀ ਮੇਲ ਪੇਸ਼ੈਂਟਸ ਪੋਪੂਲੇਸ਼ਨ 'ਚ ਜਿੰਨੇ ਆ ਉਹਨਾਂ ਨੂੰ ਤਾਂ ਕੈਲਸ਼ੀਅਮ ਦੀ ਲੋੜ ਨਹੀਂ ਹੈ ਜੀ। ਔਰ ਜਿੰਨੀ ਫੀਮੇਲ ਪੇਸ਼ੈਂਟਸ ਹੈ, ਅਗਰ ਉਹ ਪੋਸਟ ਮੀਨੋਪੌਜ਼ਲ ਹੈ, ਡੈਫੀਨੇਟਲੀ ਉਹਨਾਂ 'ਚ ਕੈਲਸ਼ੀਅਮ ਲੈਣ ਨਾਲ ਬੋਨ ਸਟਰੈਂਥ ਵੱਧਦੀ ਹੈ ਤਾਂ ਕੈਲਸ਼ੀਅਮ ਹੈਜ਼ ਅ ਰੋਲ। ਪਰ ਅਪਾਰਟ ਫਰੋਮ ਦੈਟ ਜੋ ਡਾਇਰੈਕਟਲੀ ਆਸਟੀਓਆਰਥਰਾਈਟਿਸ ਨਾਲ ਲਿੰਕ ਹੈ ਜੋ ਚੀਜ਼ਾਂ ਦਾ, ਉਹ ਹੈ ਗੋਡੇ 'ਚ ਜਿਹੜੇ ਆਪਾਂ ਇੰਟਰਾਆਰਟੀਕੂਲਰ ਇੰਜੈਕਸ਼ਨਸ ਲਗਵਾਉਂਦੇ ਆ ਜੀ। ਉਹ ਕਾਫੀ ਤਰੀਕੇ ਦੇ ਆਉਂਦੇ ਨੇ, ਹਨਾ। 10 ਸਾਲ ਪਹਿਲਾਂ ਸ਼ੁਰੂ ਹੋਏ ਸੀ ਇਦਾਂ ਦੇ ਟੀਕੇ ਲੱਗਣੇ, ਉਦੋਂ ਆਪਾਂ ਨੂੰ ਲੱਗਦਾ ਸੀ ਵੀ ਇਹ ਸ਼ਾਇਦ ਆਸਟੀਓਆਰਥਰਾਈਟਿਸ ਦਾ ਕਿਉਰ ਹੈ, ਪਰ ਇੰਜੈਕਸ਼ਨ ਜਿਹੜਾ ਹੈ ਉਸ ਨੂੰ ਸਮਝਿਆ ਜਾਂਦਾ ਸੀਗਾ ਕਿ ਇਸ ਦੇ ਨਾਲ ਮੇਰਾ ਕੰਮ ਵੱਧ ਜਾਏਗਾ। ਹਾਂਜੀ, ਹੁਣ 10 ਸਾਲ ਬਾਅਦ ਵੀ ਆਰ ਵੈਰੀ ਸ਼ੋਰ ਵੀ ਇੰਜੈਕਸ਼ਨਸ ਨਾਲ ਕੋਈ ਬਿਮਾਰੀ ਕਿਉਰ ਨਹੀਂ ਹੁੰਦੀ, ਉਹ ਆਪਾਂ ਡਿਲੇ ਹੀ ਕਰ ਰਹੇ ਹਾਂ ਸਿੰਪਟਮਸ ਨੂੰ। ਪਲੱਸ ਉਹਨਾਂ ਦਾ ਕੋਈ ਸਾਈਡ ਇਫੈਕਟ ਵੀ ਹੈ? ਹਾਂ, ਸਾਈਡ ਇਫੈਕਟ ਵੀ ਹੈ। ਅਗਰ ਤੁਸੀਂ ਇੰਜੈਕਸ਼ਨ ਲਗਾਉਂਦੇ ਹੋ ਤਾਂ 100 ਚੋਂ ਕੁਝ ਪਰਸੈਂਟ, ਵੈਰੀ ਫਿਊ ਪੀਪਲ ਦੇ ਕੈਨ ਐਂਡ ਅਪ ਇਨ ਅ ਇਨਫੈਕਸ਼ਨ, ਸਪੈਸ਼ਲੀ ਅगर कोई डायबिटिक पेशेंट है। तो इंजेक्शंस आर नॉट द क्योर, है ना। तो ਜਿਹੜਾ कैंडिडेट बन गया है एक नी रिप्लेसमेंट कराने ਲਈ, ਤਾਂ ਨੀ ਰਿਪਲੇਸਮੈਂਟ ਵੀ ਉਹਦਾ ਕਿਉਰ ਹੈ ਜੀ। ਪਿਆਰੇ ਸਰੋਤਿਓ, ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਆਪਣੇ ਹੈਲਥ ਟਾਕ ਸ਼ੋਅ ਦੇ ਵਿੱਚ ਡਾਕਟਰ ਰੋਬਿਨ ਬੋਹਟ ਦੇ ਨਾਲ, ਔਰ ਪਰਮਾਰ ਹਸਪੀਟਲ ਰੋਪੜ ਵਿਖੇ ਬੈਠੇ ਹਾਂ ਅਸੀਂ, ਔਰ ਡਾਕਟਰ ਸਾਹਿਬ ਨੇ ਆਰਥਰਾਈਟਿਸ ਬਾਰੇ ਕਾਫੀ ਜਿਹੜੇ ਭੁਲੇਖੇ ਜਿਹੜੇ ਇਸ ਟਾਕ ਦੇ ਰਾਹੀਂ ਦੂਰ ਕੀਤੇ ਨੇ। ਡਾਕਟਰ ਸਾਹਿਬ, ਅਸੀਂ ਅਸਲ ਮੁੱਦੇ ਤੇ ਜਿਹੜੀ ਅੱਜ ਕੱਲ ਬੜੀ ਵੱਡੀ ਸਮੱਸਿਆ ਹੈ ਨੀ ਰਿਪਲੇਸਮੈਂਟ, ਜਿਸ ਦੇ ਵਿੱਚ TKR ਵੀ ਤੁਸੀਂ ਇੱਕ ਟਰਮ ਰੱਖੀ ਹੋਈ ਹੈ, ਦੈਟ ਇਜ਼ ਟੋਟਲ ਨੀ ਰਿਪਲੇਸਮੈਂਟ। ਮੈਂ ਚਾਹਾਂਗਾ ਕਿ ਸਾਡੇ ਸਰੋਤਿਆਂ ਨੂੰ ਇਸ ਬਾਰੇ ਜਾਣਕਾਰੀ ਦਿਓ। ਇਹ ਜਿਹੜੀ ਟੋਟਲ ਨੀ ਰਿਪਲੇਸਮੈਂਟ ਹੈ ਕੀ ਹੈ ਤੇ ਇਹਦੀ ਲੋੜ ਕਿਉਂ ਪੈਂਦੀ ਹੈ? ਠੀਕ ਹੈ ਜੀ। ਟੋਟਲ ਨੀ ਰਿਪਲੇਸਮੈਂਟ ਇੱਕ ਆਪਾਂ ਜਿਵੇਂ ਬਾਡੀ 'ਚ ਡਿਫਰੈਂਟ ਆਰਗਨਸ ਖਰਾਬ ਹੋ ਜਾਂਦੇ ਆ, ਜਿਵੇਂ ਲੋਕੀ ਕਹਿੰਦੇ ਰੀਨਲ ਟ੍ਰਾਂਸਪਲਾਂਟ ਹੋ ਗਿਆ, ਕਿਡਨੀ ਟ੍ਰਾਂਸਪਲਾਂਟ ਹੋ ਗਿਆ, ਐਦਾਂ ਹੀ ਲੋਕੀ ਲਿੰਕ ਕਰਦੇ ਆ ਨੀ ਰਿਪਲੇਸਮੈਂਟ ਨੂੰ ਵੀ ਕਿਤੇ ਬਹੁਤ ਹੀ ਵੱਡਾ ਆਪਰੇਸ਼ਨ ਹੈ ਵੀ ਸਾਡਾ ਲੀਵਰ ਹੀ ਚੇਂਜ ਹੋ ਜਾਏਗਾ, ਜਦਕਿ ਟੋਟਲ ਨੀ ਰਿਪਲੇਸਮੈਂਟ ਇੱਕ ਬਹੁਤ ਹੀ ਛੋਟਾ ਆਪਰੇਸ਼ਨ ਹੈ। ਜਦੋਂ ਆਪਣੇ ਗੋਡੇ ਦੀ ਕਹਿੰਦੇ ਆਪਾਂ ਗਰੀਸ ਮੁੱਕ ਗਈ ਜਾਂ ਗੋਡਾ ਘਸਣਾ ਸ਼ੁਰੂ ਹੋ ਗਿਆ, ਅਸੀਂ ਸਿੰਪਲੀ ਉਹਨੂੰ ਜਿੰਨਾ ਪਾਰਟ ਡੈਮੇਜ ਆ ਉਹਨੂੰ ਸ਼ੇਵ ਆਫ ਕਰਕੇ ਕੈਪ ਚੜਾ ਦਿੰਦੇ ਆ ਦੋਨੋਂ ਪਾਸੇ। ਜਿਵੇਂ ਜਸਟ ਸਿੰਪਲ ਕੈਪਿੰਗ ਇੱਕ ਜ਼ਿਆਦਾ ਬੈਟਰ ਟਰਮ ਹੈ ਰੈਦਰ ਦੈਨ ਨੀ ਰਿਪਲੇਸਮੈਂਟ। ਨੀ ਰਿਪਲੇਸਮੈਂਟ ਸੁਣ ਕੇ ਲੱਗਦਾ ਵੀ ਪਤਾ ਨਹੀਂ ਕੀ ਚੇਂਜ ਕਰ ਦੇਣਗੇ, ਉਹ ਵੀ ਸਾਰਾ ਪਾਰਟ ਜਿਹੜਾ ਹੈ ਪਾਰਟ ਹੀ ਕੱਢ ਦੇਣਗੇ। ਹਾਂ, ਪਰ ਇਹ ਜਿਹੜਾ ਇੱਕ ਆਪਾਂ ਗਰੀਸ ਦੀ ਗੱਲ ਕੀਤੀ, ਗੋਡਿਆਂ ਦੇ ਗਰੀਸ ਦੀ ਗੱਲ ਕੀਤੀ ਹੈ, ਥੋੜਾ ਜਿਹਾ ਮੈਂ ਚਾਹਾਂਗਾ ਕਿ ਸਾਡੇ ਸਰੋਤਿਆਂ ਨੂੰ ਗੋਡਿਆਂ ਦੀ ਗਰੀਸ, ਆਮ ਇੱਕ ਭਾਸ਼ਾ ਦੇ ਵਿੱਚ ਪੰਜਾਬ 'ਚ ਕਿਹਾ ਜਾਂਦਾ ਕਿ ਗੋਡਿਆਂ ਦੀ ਗਰੀਸ ਮੁੱਕ ਗਈ, ਇਹਦੀ ਥੋੜੀ ਜਿਹੀ ਜਾਣਕਾਰੀ ਦਿਓ। ਗੋਡਿਆਂ ਦੀ ਗਰੀਸ ਬੇਸਿਕਲੀ ਅੰਦਰ ਲੁਬਰੀਕੇਸ਼ਨ ਲਈ ਹੁੰਦਾ ਹੈ, ਫਲੂਇਡ ਰਿਲੀਜ਼ ਹੁੰਦਾ ਹੈ ਗੋਡੇ 'ਚ, ਜਿਹੜਾ ਕਿ ਆਮ ਤੌਰ ਤੇ ਗੋਡਿਆਂ ਦੀ ਮੂਵਮੈਂਟ ਨੂੰ ਵਧਾਉਂਦਾ ਜੀ। ਤੇ ਸਿਮਿਲਰਲੀ ਗੋਡੇ ਦੇ ਜਿਹੜੇ ਆਪਣੀ ਫੀਮਰ ਬੋਨ ਹੈ ਜਾਂ ਟਿਬੀਆ ਬੋਨ ਹੈ, ਦੋਨੋਂ ਪਾਸੇ ਕਾਰਟਲੇਜ ਲਾਈਨਡ ਅਪ ਹੁੰਦੀ ਹੈ, ਜਿਹਨੂੰ ਅਸੀਂ ਕਹਿੰਦੇ ਆ ਵੀ ਹਾਂ ਇਹ ਕਾਰਟਲੇਜ ਦੀ ਸਮੂਥ ਹੋਣਾ ਜ਼ਰੂਰੀ ਹੈ ਤਾਂ ਕਿ ਉਹ ਗੋਡਾ ਚੰਗੀ ਤਰ੍ਹਾਂ ਫੰਕਸ਼ਨ ਕਰਦਾ ਰਹੇ। ਉਹ ਕਾਰਟਲੇਜ ਜਦੋਂ ਘਿਸਣਾ ਸ਼ੁਰੂ ਹੋ ਜਾਂਦੀ ਹੈ ਤਾਂ ਉਹ ਗਰੀਸ ਬੇਸਿਕਲੀ ਉਹਨੂੰ ਕਹਿੰਦੇ ਆ ਵੀ ਉਹ ਗਰੀਸ ਘਸ ਗਈ ਤੁਹਾਡੀ ਜੀ। ਤਾਂ ਮੈਨੂੰ ਲੱਗਦਾ ਉਹ ਗਰੀਸ ਨੂੰ ਆਪਾਂ
ਸ਼ੇਵ ਆਫ ਕਰਕੇ ਅਸੀਂ ਨਵੀਂ ਕੈਪਿੰਗ ਕਰ ਦਿੰਦੇ ਆ, ਤਾਂ ਕਿ ਜਿਹੜੀ ਕੈਪ ਘਸ ਗਈ ਸੀ ਉੱਥੇ ਉਹ ਨਵੀਂ ਕੈਪ ਚੜਾਤੀ ਅਸੀਂ। ਉਹ ਇੰਪਲਾਂਟ ਕਰਦੇ ਹੋ ਤੁਸੀਂ ਉਸ ਦੇ ਵਿੱਚ? ਹਾਂ, ਅਸੀਂ ਉਹਨੂੰ ਜਿੰਨਾ ਪਾਰਟ ਸ਼ੇਵ ਆਫ ਹੈ, ਉਹਨੂੰ ਡੈਮੇਜਡ ਹੈ, ਉਹਨੂੰ ਸ਼ੇਵ ਆਫ ਕਰ ਦਿੰਦੇ ਆ ਅਸੀਂ, ਤੇ ਅਸੀਂ ਉਹਦੇ ਤੇ ਕੈਪ ਚੜਾ ਦਿੰਦੇ ਆ ਦੋਨੋਂ ਪਾਸੇ। ਇਹ ਬਹੁਤ ਹੀ ਛੋਟਾ ਆਪਰੇਸ਼ਨ ਹੈ, ਇਹ ਅੱਧਾ ਘੰਟਾ 45 ਮਿੰਟ ਦਾ ਆਪਰੇਸ਼ਨ। ਜੇ ਅਸੀਂ ਕੈਪਸ ਦੀ ਗੱਲ ਕਰੀਏ ਤਾਂ ਉਹਦੇ ਕੋਈ ਮਟੀਰੀਅਲ ਜਿਹੜਾ ਹੈ ਤੁਸੀਂ ਇੰਪਲਾਂਟ ਕਰਦੇ ਹੋ, ਉਸ ਦੀ ਕੋਈ ਕੁਆਲਿਟੀ ਦਾ ਜਾਂ ਉਸ ਦੇ ਕੋਈ ਰੇਟਸ ਦਾ ਕੋਈ ਇਸ ਤਰ੍ਹਾਂ ਦਾ ਵੀ ਫਰਕ ਹੈ? ਹਾਂ, ਡਿਫਰੈਂਟ ਕੰਪਨੀਆਂ ਹੈ ਜਿਹਨੇ ਕਾਫੀ ਤਰੀਕੇ ਦੇ ਇੰਪਲਾਂਟਸ ਆਉਂਦੇ ਨੇ। ਇੰਡੀਆ 'ਚ ਵੀ ਬਣਦੇ ਨੇ ਕੁਝ ਇੰਪਲਾਂਟ, ਇੰਪੋਰਟਡ ਇੰਪਲਾਂਟਸ ਵੀ ਹੁੰਦੇ ਨੇ ਜਿਹੜੇ ਬਾਹਰੋਂ ਇੰਪੋਰਟ ਹੁੰਦੇ ਆ। ਤੋ ਬਟ ਅਸੀਂ ਲੇਟੈਸਟ ਟੈਕਨੋਲੋਜੀ ਆਫ ਇੰਪਲਾਂਟ ਡੈਫੀਨੇਟਲੀ ਯੂਜ਼ ਕਰਨਾ ਚਾਹੀਦਾ, ਬਿਕੋਜ਼ ਤੁਸੀਂ ਆਪਣੇ ਗੋਡਿਆਂ ਤੇ ਹੀ ਚੱਲਣਾ ਹੈ, ਆਪਣੇ ਇੰਪਲਾਂਟ ਤੇ ਹੀ ਚੱਲਣਾ ਹੈ ਦ ਰਿਮੇਨਿੰਗ ਆਫ ਲਾਈਫ ਜੀ। ਤਾਂ ਉਹ ਡੈਫੀਨੇਟਲੀ ਇੱਕ ਅੱਛੀ ਕੁਆਲਿਟੀ ਦਾ ਇੰਪਲਾਂਟ ਹੋਣਾ ਚਾਹੀਦਾ। ਅਸੀਂ ਆਪਣਾ ਲੇਟੈਸਟ ਇੰਪਲਾਂਟ ਹੀ ਯੂਜ਼ ਕਰਦੇ ਹਾਂ ਪਰਮਾਰ ਹਸਪੀਟਲ 'ਚ ਜੀ, ਜੋ ਕਿ ਉਹਦੇ ਨਾਲ ਇੰਪਲਾਂਟ ਦੇ ਨਾਲ ਇਹ ਫਰਕ ਪੈਂਦਾ ਹੈ ਵੀ ਤੁਹਾਡਾ ਗੋਡਾ ਬਾਅਦ 'ਚ ਕਿੰਨਾ ਮੁੜੇਗਾ, ਤੁਸੀਂ ਕਿੰਨਾ ਚੱਲੋਗੇ ਉਹਦੇ ਤੇ, ਉਹ ਕਿੰਨੀ ਦੇਰ 'ਚ ਘਸੇਗਾ, ਇਹ ਸਭ ਚੀਜ਼ਾਂ ਮੈਟਰ ਕਰਦੀਆਂ ਇੱਕ ਡਿਫਰੈਂਟ ਇੰਪਲਾਂਟਸ ਤੇ। ਤੁਸੀਂ ਚੰਗਾ ਇੰਪਲਾਂਟ ਪਾਉਂਦੇ ਹੋ ਤਾਂ ਉਹਦੀ ਲਾਈਫ ਡੈਫੀਨੇਟਲੀ ਬੈਟਰ ਹੁੰਦੀ ਹੈ। ਜੇ ਲਾਈਫ ਦੀ ਗੱਲ ਕਰੀਏ ਡਾਕਟਰ ਸਾਹਿਬ, ਤਾਂ ਇੰਪਲਾਂਟ ਦੀ ਜਿਹੜੀ ਲਾਈਫ ਕਿੰਨੀ ਕੁ ਹੁੰਦੀ ਹੈ ਆਮ ਤੌਰ ਤੇ? ਔਨ ਐਨ ਐਵਰੇਜ ਇੱਕ ਅੱਛਾ ਇੰਪਲਾਂਟ ਦੀ ਲਾਈਫ 25 ਤੋਂ 30 ਸਾਲ ਹੁੰਦੀ ਹੈ। 25 ਤੋਂ 30 ਸਾਲ ਤੱਕ, ਹਾਂਜੀ, ਬਹੁਤ ਵਧੀਆ। ਜੇ 60 ਸਾਲ ਦੀ ਉਮਰ ਦੇ ਵਿੱਚ ਕਿਸੇ ਨੂੰ ਪ੍ਰੋਬਲਮ ਸ਼ੁਰੂ ਹੋਈ ਤਾਂ ਪੂਰੇ ਲਾਈਫ ਟਾਈਮ ਜਿਹੜਾ ਉਸਦਾ ਰਿਪਲੇਸਮੈਂਟ ਵਧੀਆ ਕੰਮ ਕਰੇਗਾ। ਡਾਕਟਰ ਸਾਹਿਬ ਬਹੁਤ ਅੱਛੀ ਜਾਣਕਾਰੀ ਦੇ ਰਹੇ ਹੋ। ਮੈਂ ਚਾਹਾਂਗਾ ਕਿ ਥੋੜਾ ਜਿਹਾ ਤੁਹਾਡੇ ਜਿਹੜੇ ਮਾਡਲਸ ਨੇ ਇਹਨਾਂ ਦੇ ਨਾਲ ਜਿਹੜਾ ਹੈ ਇਹ ਤੁਸੀਂ ਥੋੜੀ ਡਿਸਕ੍ਰਿਪਸ਼ਨ, ਇਸ ਨੂੰ ਐਕਸਪਲੇਨ ਜਿਹੜਾ ਹੈ ਉਹ ਵਧੀਆ ਤਰੀਕੇ ਨਾਲ ਸਾਡੇ ਸਰੋਤਿਆਂ ਨੂੰ ਕਰ ਦਿਓ। ਤਾਂ ਇੱਕ ਮੈਂ ਬੇਸਿਕ ਨੀ ਮਾਡਲ ਨਾਲ ਤੁਹਾਨੂੰ ਇਹ ਸਮਝਾ ਸਕਦਾ ਹਾਂ ਜੀ। ਤੇ ਇਹ ਬੇਸਿਕ ਨੀ ਦਾ ਮਾਡਲ ਹੈ, ਜਸਟ ਇਹ ਥਾਈ ਵਾਲੀ ਹੱਡੀ ਹੈ, ਆਪਣੀ ਪੱਟ ਵਾਲੀ ਹੱਡੀ ਹੈ ਨਾ, ਇਹ ਨੀਚੇ ਵਾਲੀ ਹੱਡੀ ਹੈ ਲੈਗ ਵਾਲੀ, ਇਹ ਆਪਣੀ ਚਪਨੀ ਹੈ। ਅਗਰ ਮੈਂ ਚਪਨੀ ਨੂੰ ਪਿੱਛੇ ਕਰਾਂ ਤਾਂ ਇਹ ਸਾਡੀ ਬੋਨ ਹੈ, ਥਾਈ ਵਾਲੀ ਬੋਨ ਜੀ, ਹੈ ਨਾ। ਇਹ ਕਾਰਟਲੇਜ ਹੈ ਇਹਦੇ ਐਂਡਸ ਤੇ। ਜਦੋਂ ਇਹ ਘਸਣਾ ਸ਼ੁਰੂ ਹੋ ਜਾਂਦਾ ਕਾਰਟਲੇਜ, ਜਸਟ ਜਿਵੇਂ ਇਨੈਮਲ ਘਸਣਾ ਸ਼ੁਰੂ ਹੋ ਜਾਂਦਾ ਦੰਦ ਤੋਂ, ਜੀ, ਆਪਾਂ ਕਹਿੰਦੇ ਆ ਵੀ ਇਹ ਦੇਖੋ ਨੀ ਘਸ ਗਿਆ, ਇਹ ਗਰੀਸ। ਹਾਂ, ਜਦੋਂ ਇਹ ਗਰੀਸ ਘਟ ਗਿਆ ਤੇ ਬੋਨ ਬਾਹਰ ਆ ਗਈ ਤਾਂ ਸਾਡੀ ਨਰਵਸ ਬਾਹਰ ਆ ਜਾਂਦੀਆਂ ਤੇ ਪੇਨ ਹੋਣਾ ਸ਼ੁਰੂ ਹੋ ਜਾਂਦਾ ਜੀ। ਤਾਂ ਅਸੀਂ ਬੇਸਿਕਲੀ ਕੀ ਕਰਦੇ ਆ, ਇਹ ਏਰੀਆ ਨੂੰ ਸ਼ੇਵ ਆਫ ਕਰਕੇ ਜਿੰਨੀ ਹੱਡੀ ਖਰਾਬ ਹੈ, ਅਸੀਂ ਇਹ ਨੀ ਰਿਪਲੇਸਮੈਂਟ ਦਾ ਮਾਡਲ ਹੈ। ਇਹ ਜਦੋਂ ਰਿਪਲੇਸ ਹੋ ਗਿਆ ਤਾਂ ਜਸਟ ਇੱਕ ਕੈਪ ਚੜਦੀ ਹੈ, ਜਿਵੇਂ ਇਹ ਕੈਪ ਚੜੀ ਹੋਈ ਹੈ ਉੱਪਰ ਵੀ ਨੀਚੇ ਵੀ ਸਿਮਿਲਰਲੀ ਇਹ ਕੈਪ ਚੜ ਜਾਂਦੀ ਹੈ, ਜਿਹਨੂੰ ਅਸੀਂ ਨੀ ਰਿਪਲੇਸਮੈਂਟ ਕਹਿੰਦੇ ਹਾਂ। ਬਲੈਕ ਕਲਰ ਦੀ ਹੈ ਹਾਂਜੀ, ਜਿਹੜੀ ਇਹ ਮੈਟੈਲਿਕ ਬਲੈਕ ਕਲਰ ਦੀ ਹੈ, ਇਹਨੂੰ ਅਸੀਂ ਕਹਿੰਦੇ ਆ ਵੀ ਇਹ ਨੀ ਰਿਪਲੇਸ ਹੋ ਗਿਆ। ਬੇਸਿਕਲੀ ਇਹ ਕੈਪ ਹੋ ਗਿਆ, ਇੰਪਲਾਂਟ ਹੋ ਗਿਆ, ਇੰਪਲਾਂਟ ਹੋ ਗਿਆ, ਇਹਨੂੰ ਹੀ ਨੀ ਰਿਪਲੇਸਮੈਂਟ ਕਹਿੰਦੇ ਆ। ਤੋ ਇਸ ਤੋਂ ਬਾਅਦ ਆਪਣਾ ਜਿਹੜੀ ਆਪਣੀ ਬੋਨਸ ਫਸ ਰਹੀਆਂ ਸੀ ਬਿਕੋਜ਼ ਆਫ ਕਾਰਟਲੇਜ ਘਸਣ ਨਾਲ, ਉਹ ਘਸਣਾ ਬੰਦ ਹੋ ਜਾਂਦਾ ਤੇ ਪੇਨ ਚਲਾ ਜਾਂਦਾ। ਬਹੁਤ ਖੂਬ। ਡਾਕਟਰ ਸਾਹਿਬ, ਇਹ ਹਿਪ ਰਿਪਲੇਸਮੈਂਟ ਬਾਰੇ ਵੀ ਥੋੜੀ ਜਿਹੀ ਜਾਣਕਾਰੀ ਦਿਓ। ਸਿਮਿਲਰਲੀ ਹਿਪ ਰਿਪਲੇਸਮੈਂਟ ਵੀ ਅਸੀਂ ਕੋਈ ਪੂਰਾ ਹਿਪ ਚੇਂਜ ਨਹੀਂ ਕਰਦੇ। ਅਸੀਂ ਇਹ ਐਸਟਬਲਮ ਸਾਈਡ ਹੈ, ਜਿਹੜੀ ਕੱਪ ਸਾਈਡ ਹੈ ਜੀ, ਇਹ ਫੀਮਰ ਸਾਈਡ ਹੈ, ਤਾਂ ਅਸੀਂ ਫੀਮਰ 'ਚ ਇੱਕ ਸਟੈਮ ਪਾ ਕੇ, ਫੀਮਰ ਹੈਡ ਪਾ ਕੇ, ਐਦਾਂ ਹੀ ਐਸਟਬਲਮ ਵਾਲੀ ਸਾਈਡ ਤੇ ਇੱਕ ਸ਼ੈਲ ਪਾਉਂਦੇ ਆ, ਇਹਨੂੰ ਹਿਪ ਰਿਪਲੇਸਮੈਂਟ ਕਹਿੰਦੇ ਆ। ਸਿਮਿਲਰਲੀ ਅਸੀਂ ਜਸਟ ਇੱਕ ਕੈਪ ਕਰ ਰਹੇ ਹਾਂ, ਅਸੀਂ ਕੋਈ ਪੂਰਾ ਹਿਪ ਚੇਂਜ ਨਹੀਂ ਕਰ ਰਹੇ। ਇੱਕ ਮਿਥ ਹੁੰਦੀ ਕਿ ਸ਼ਾਇਦ ਮੇਰੀ ਪੂਰੀ ਹਿਪ ਜਿਹੜੀ ਹੈ ਚੇਂਜ ਹੋ ਜਾਣੀ ਹੈ। ਹਾਂ, ਜੇ ਆਪਾਂ ਨੂੰ ਲੱਗਦਾ ਕਿਤੇ ਜਿਵੇਂ ਲੀਵਰ ਟ੍ਰਾਂਸਪਲਾਂਟ ਸੁਣ ਕੇ ਆਪਾਂ ਨੂੰ ਡਰ ਲੱਗਦਾ, ਤਾਂ ਇਦਾਂ ਹੀ ਲੋਕਾਂ ਨੂੰ ਲੱਗਦਾ ਕਿਤੇ ਨੀ ਰਿਪਲੇਸਮੈਂਟ ਵੀ ਕੋਈ ਟ੍ਰਾਂਸਪਲਾਂਟ ਹੈ, ਬਟ ਇਹ ਟ੍ਰਾਂਸਪਲਾਂਟ ਨਹੀਂ ਹੈ, ਇਹ ਰਿਪਲੇਸਮੈਂਟ ਹੈ, ਜਸਟ ਕੈਪਿੰਗ ਹੈ। ਕੈਪਿੰਗ ਇਜ਼ ਦਾ ਬੈਟਰ ਟਰਮ। ਕੈਪਿੰਗ ਇਜ਼ ਦਾ ਬੈਟਰ ਟਰਮ। ਨੀ ਰਿਪਲੇਸਮੈਂਟ ਨਾਲੋਂ ਤੁਸੀਂ ਚਾਹੋਗੇ ਕਿ ਸਰੋਤਿਆਂ ਨੂੰ ਜਿਹੜਾ ਹੈ ਜਾਂ ਪੇਸ਼ੈਂਟਸ ਨੂੰ ਇਸ ਬਾਰੇ ਕੈਪਿੰਗ ਤੇ ਜ਼ਿਆਦਾ ਜ਼ੋਰ ਦੇਣਾ। ਕੈਪਿੰਗ ਇਜ਼ ਦਾ ਬੈਟਰ ਟਰਮ। ਕੈਪਿੰਗ ਇਜ਼ ਦਾ ਬੈਟਰ ਟਰਮ। ਡਾਕਟਰ ਸਾਹਿਬ, ਬਹੁਤ ਅੱਛਾ ਮਾਡਲਸ ਦੇ ਨਾਲ ਤੁਸੀਂ ਸਮਝਾਇਆ, ਬੜੀ ਵਧੀਆ ਜਾਣਕਾਰੀ ਦਿੱਤੀ ਸਾਡੇ ਸਰੋਤਿਆਂ ਨੂੰ। ਔਰ ਡਾਕਟਰ ਸਾਹਿਬ, ਜੇ ਅਸੀਂ ਗੱਲ ਕਰੀਏ ਇਹਦੇ ਆਪਰੇਸ਼ਨਸ ਦੀ, ਸਰਜਰੀ ਦੀ, ਤੇ ਸਰਜਰੀ ਲਈ ਸਮਾਂ ਕਿੰਨਾ ਕੁ ਲੱਗਦਾ ਹੈ? ਕਦੋਂ ਤੁਸੀਂ ਕਿਸ ਇਹਦੀ ਟੈਨਿਓਰ ਕਿੰਨਾ ਕੁ ਹੁੰਦਾ ਪੂਰੇ ਪੋਸਟ ਆਪਰੇਟਿਵ ਔਰ ਪ੍ਰੀ ਆਪਰੇਟਿਵ ਦੋਨੋਂ ਚੀਜ਼ਾਂ ਨੂੰ ਲੈ ਕੇ, ਵਿੱਚ ਸਰਜਰੀ ਲੈ ਕੇ ਕਿੰਨਾ ਕੁ ਸਮਾਂ ਕੱਢਣਾ ਚਾਹੀਦਾ ਕਿਸੇ ਪੇਸ਼ੈਂਟ ਨੂੰ? ਠੀਕ ਹੈ ਜੀ। ਨੀ ਰਿਪਲੇਸਮੈਂਟ ਇੱਕ ਬਹੁਤ ਹੀ ਸਕਸੈਸਫੁਲ ਆਪਰੇਸ਼ਨ ਹੈ ਨਾ, ਪਰ ਇਹਦੇ ਵਿੱਚ ਆਪਰੇਸ਼ਨ ਕਰਨ ਤੋਂ ਪਹਿਲਾਂ ਸਾਨੂੰ ਪੇਸ਼ੈਂਟ ਦੇ ਅਸੀਂ ਟੈਸਟ ਜ਼ਰੂਰ ਕਰਾਉਂਦੇ ਹਾਂ। ਸਾਰੇ ਪੇਸ਼ੈਂਟ ਦੀ ਬੋਡੀ ਜ਼ਰੂਰ ਦੇਖਦੇ ਹਾਂ, ਉਹਦੇ ਬੇਸਿਕ ਲੀਵਰ ਕਿਡਨੀ ਦੇ ਟੈਸਟ ਕਰਾਉਂਦੇ ਹਾਂ। ਹਰ ਪੇਸ਼ੈਂਟ ਜਨਰਲੀ 60 ਸਾਲ ਦੇ ਅਰਾਊਂਡ ਹੁੰਦਾ, ਤਾਂ ਅਸੀਂ ਹਰ ਪੇਸ਼ੈਂਟ ਦਾ ਈਕੋ ਜ਼ਰੂਰ ਕਰਾਉਂਦੇ ਹਾਂ। ਡਾਕਟਰ ਸਾਹਿਬ, ਤੁਸੀਂ ਈਕੋ ਦੀ ਗੱਲ ਕਰ ਰਹੇ ਸੀਗੇ। ਜੇਕਰ ਅੱਜ ਕੱਲ ਅਸੀਂ ਦੇਖੀਏ ਕਿ ਬਹੁਤ ਲੋਕ ਬਲੱਡ ਪ੍ਰੈਸ਼ਰ ਜਾਂ ਡਾਇਬੀਟਿਕ ਪੇਸ਼ੈਂਟਸ ਬਹੁਤ ਜ਼ਿਆਦਾ ਹੁੰਦੇ ਨੇ, ਤਾਂ ਕੀ ਨੀ ਰਿਪਲੇਸਮੈਂਟ ਦੇ ਵਿੱਚ ਕੋਈ ਅੜਚਨ ਆਉਂਦੀ ਹੈ ਇਸ ਗੱਲ ਦੀ? ਕਿਸ ਤਰ੍ਹਾਂ? ਹਾਂਜੀ, ਜ਼ਰੂਰ। ਸਪੈਸ਼ਲੀ ਜੋ ਪੋਪੂਲੇਸ਼ਨ 'ਚ ਅਸੀਂ ਸਰਜਰੀ ਕਰਦੇ ਹਾਂ, ਮੋਸਟਲੀ ਦੇ ਆਰ ਅਬਵ 55,
ਜੀ ਤੋ ਸਾਨੂੰ ਹੁੰਦਾ ਵੀ ਅਸੀਂ ਪ੍ਰੀ ਆਪ ਸਾਰੇ ਟੈਸਟ ਕਰਾ ਲਈਏ ਉਹ ਪੇਸ਼ੈਂਟ ਦੇ, ਅਸੀਂ ਈਕੋ ਕਰਾ ਲਈਏ, ਅਸੀਂ ਲੀਵਰ ਕਿਡਨੀ ਦੇ ਬੇਸਿਕ ਟੈਸਟ ਕਰਾ ਲਈਏ। ਜੇ ਕੋਈ ਪੇਸ਼ੈਂਟ ਦੇ ਸਟੈਂਟ ਸਰਜਰੀ ਹੋਈ ਹੈ, ਜੇ ਕਿਸੇ ਨੂੰ ਐਨਜੀਓ ਦੀ ਵੀ ਲੋੜ ਹੈ ਉਹ ਵੀ ਅਸੀਂ ਕਰਾ ਲਈਏ। ਉਹਦੇ ਲਈ ਅਸੀਂ ਰੂਟੀਨਲੀ ਆਪਣੇ ਮੈਡੀਸਨ ਦੇ ਡਾਕਟਰ ਨੂੰ ਦਿਖਾਉਂਦੇ ਆ, ਔਰ ਜਿਹੜੇ ਆਪਣੇ ਪ੍ਰੀ ਐਨਸਥੈਟਿਕ ਚੈੱਕਅਪ ਹੁੰਦਾ ਹੈ ਪ੍ਰੋਪਰ, ਜਦੋਂ ਪੇਸ਼ੈਂਟ ਸਰਜਰੀ ਲਈ ਕਲੀਅਰ ਹੁੰਦਾ ਹੈ ਸਾਰੇ ਟੈਸਟ ਕਰਾ ਕੇ, ਦੈਨ ਓਨਲੀ ਅਸੀਂ ਪੇਸ਼ੈਂਟ ਨੂੰ ਆਪਰੇਟ ਕਰਦੇ ਹਾਂ। ਜੇ ਕਿਸੇ ਦੀ ਸ਼ੂਗਰ ਜ਼ਿਆਦਾ ਹੈ ਜਾਂ ਕੋਈ ਬਲੱਡ ਪ੍ਰੈਸ਼ਰ ਕੰਟਰੋਲਡ ਹੈ, ਪਹਿਲਾਂ ਉਹ ਚੀਜ਼ਾਂ ਨੂੰ ਕੰਟਰੋਲ ਕਰਦੇ ਆ, ਫਿਰ ਅਸੀਂ ਸਰਜਰੀ ਕਰਦੇ ਹਾਂ। ਕਹਿਣ ਦਾ ਭਾਵ ਹੈ ਕਿ ਇੱਕ ਡਾਇਬੀਟਿਕ ਪੇਸ਼ੈਂਟ ਦਾ ਵੀ ਆਪਰੇਸ਼ਨ ਹੋ ਸਕਦਾ ਹੈ ਜੇ ਮੋਟੇ ਰੂਪ 'ਚ ਗੱਲ ਕਰੀਏ। ਹਾਂ ਨਹੀਂ ਇਹ ਤਾਂ ਡੈਫੀਨੇਟਲੀ ਆਲਮੋਸਟ ਕਿੰਨੇ ਹੀ ਲੋਕਾਂ ਨੂੰ ਇਹ ਅੱਜ ਕੱਲ੍ਹ ਇੰਨੀ ਪ੍ਰੋਬਲਮ ਹੈ, ਜੋ ਡਾਇਬੀਟੀਜ਼ ਹੈ, ਬਲੱਡ ਪ੍ਰੈਸ਼ਰ ਹੈ, ਪਹਿਲਾਂ ਇਹਨਾਂ ਨੂੰ ਆਪਟੀਮਾਈਜ਼ ਕਰਕੇ ਫਿਰ ਉਹ ਇੱਕ ਨਾਰਮਲ ਬੰਦੇ ਵਾਂਗੂ ਹੀ ਆਪਰੇਸ਼ਨ ਹੋ ਜਾਂਦਾ ਜੀ। ਤਾਂ ਇਹ ਸਾਰੇ ਮੇਜਰ ਜਿਹੜੇ ਹੈ ਤੁਸੀਂ ਕਰਨ ਤੋਂ ਬਾਅਦ ਸਰਜਰੀ ਲਈ ਜੇਕਰ ਅਸੀਂ ਓਟੀ ਦੀ ਗੱਲ ਕਰੀਏ ਕਿ ਕਿੰਨਾ ਕੁ ਸਮਾਂ ਲੱਗਦਾ ਉੱਥੇ? ਜਨਰਲੀ ਅਗਰ ਆਪਾਂ ਕਹੀਏ ਵੀ ਸਰਜਰੀ ਇੱਕ ਸਾਈਡ ਦੇ ਨੀ ਰਿਪਲੇਸਮੈਂਟ ਨੂੰ ਕਿੰਨਾ ਕੁ ਟਾਈਮ ਲੱਗਦਾ ਹੈ, ਮੈਨੂੰ ਲੱਗਦਾ 30 ਮਿੰਟਸ ਜਾਂ 45 ਮਿੰਟਸ ਦੀ ਸਰਜਰੀ ਹੈ ਆਫਟਰ ਐਨਸਥੀਸੀਆ, ਇੰਨਾ ਕੁ ਟਾਈਮ ਲੱਗਦਾ ਸਾਨੂੰ। ਅੱਜ ਕੱਲ ਕੋਈ ਪੇਨਲੈਸ ਸਰਜਰੀ ਵੀ ਕੋਈ ਟਰਮ ਬੜੀ ਸੁਣਨ ਚ ਆ ਰਹੀ ਹੈ ਕਿ ਸਰਜਰੀ ਪੇਨ ਹੈ ਜਾਂ ਪੇਨਲੈਸ ਹੈ, ਮੈਂ ਚਾਹਾਂਗਾ ਕਿ ਇਸ ਬਾਰੇ ਥੋੜੀ ਜਾਣਕਾਰੀ। ਹਾਂ ਕਾਫੀ ਟਰਮਸ ਯੂਜ਼ ਕਰਦੇ ਆ, ਪੇਨਲੈਸ ਸਰਜਰੀ, ਸਟਿਚਲੈਸ ਸਰਜਰੀ। ਮੈਨੂੰ ਲੱਗਦਾ ਹੈ ਵੀ ਸਰਜਰੀ 'ਚ ਡੈਫੀਨੇਟਲੀ ਸਰਜਰੀ ਤੋਂ ਬਾਅਦ ਪੇਨ ਤਾਂ ਡੈਫੀਨੇਟਲੀ ਹੁੰਦਾ ਹੀ ਹੈ, ਥੋੜਾ ਪੇਨ ਤਾਂ ਹੁੰਦਾ ਹੀ ਹੈ, ਬਟ ਇਹ ਸਰਜਰੀ ਹੈ ਇੰਨੀ ਸਕਸੈਸਫੁਲ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਅੱਜ ਨੀ ਰਿਪਲੇਸਮੈਂਟ ਕੀਤਾ ਹੈ ਤਾਂ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਪੇਸ਼ੈਂਟ ਨੂੰ ਚਲਾ ਦਈਏ, ਤਾਂ ਪੇਸ਼ੈਂਟ ਚੱਲਣਾ ਫਿਰਨਾ ਸ਼ੁਰੂ ਕਰ ਦਿੰਦਾ ਹੈ। ਸਭ ਬੇਅਰੇਬਲ ਪੇਨ। ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਸੀ ਹੁਣੇ ਕਿ ਇੱਕ ਨੀ ਜਾਂ ਦੂਸਰੀ ਨੀ, ਤਾਂ ਮੇਰੇ ਜ਼ਿਹਨ 'ਚ ਕੁਐਸਚਨ ਆਇਆ ਕਿ ਇਹ ਕਿ ਦੋਨਾਂ ਜੇ ਪ੍ਰੋਬਲਮ ਦੋਨੋਂ ਪਾਸੇ ਹੈ ਜਾਂ ਇੱਕ ਪਾਸੇ ਵੀ ਹੈ, ਜਾਂ ਦੋਨਾਂ ਦਾ ਆਪਰੇਟ ਕਰਵਾਉਣਾ ਚਾਹੀਦਾ, ਦੋਨਾਂ ਦੀ ਸਰਜਰੀ ਕਰਾਉਣੀ ਚਾਹੀਦੀ ਜਾਂ ਇੱਕ ਦੀ ਕਰਵਾਉਣੀ ਚਾਹੀਦੀ? ਅਗਰ ਉਸ 'ਚ ਡਿਪੈਂਡ ਕਰਦਾ ਹੈ, ਅਗਰ ਤਾਂ ਦੇਖੋ ਕੋਈ 70 ਸਾਲ ਤੋਂ ਕਿਸੇ ਦੀ ਉਮਰ ਜ਼ਿਆਦਾ ਹੈ ਫਿਰ ਤਾਂ ਆਪਾਂ ਨੂੰ ਸਟੈਪ ਵਾਈਜ਼ ਹੀ ਕਰਨਾ ਚਾਹੀਦਾ, ਇੱਕ ਇੱਕ ਕਰਕੇ। ਔਰ ਜੇ ਕਿਸੇ ਦੀ ਉਮਰ 55 ਸਾਲ 60 ਸਾਲ ਹੈ ਪਰ ਉਹਨੂੰ ਸ਼ੂਗਰ ਹੈ ਅਨਕੰਟਰੋਲਡ ਔਰ ਉਹਦਾ ਬਲੱਡ ਪ੍ਰੈਸ਼ਰ ਜ਼ਿਆਦਾ ਹੈ ਜਾਂ ਉਹਦੇ ਕੋਈ ਕਾਰਡੀਅਕ ਸਟੈਂਟ ਪਏ ਹੋਏ ਨੇ, ਫਿਰ ਉਨ ਕੇਸਿਸ 'ਚ ਵੀ ਅਸੀਂ ਇੱਕ ਇੱਕ ਕਰਕੇ ਹੀ ਕਰਦੇ ਹਾਂ, ਕਿਉਂਕਿ ਬਾਡੀ ਨੂੰ ਐਟ ਅ ਟਾਈਮ ਦੋਨੋਂ ਨੀ ਰਿਪਲੇਸਮੈਂਟ ਦਾ ਸਟ੍ਰੈਸ ਨਹੀਂ ਦੇਣਾ ਚਾਹੀਦਾ। ਅਗਰ ਕਿਸੇ ਦਾ ਟੈਸਟ ਬਿਲਕੁਲ ਨਾਰਮਲ ਹੈ ਔਰ ਉਹ ਸਾਡਾ ਕਾਰਡੀਓਲੋਜਿਸਟ ਜਾਂ ਸਾਡਾ ਐਨਸਥੈਟਿਸਟ ਕਹਿੰਦਾ ਹੈ ਵੀ ਨਹੀਂ ਤੁਸੀਂ ਕਰ ਸਕਦੇ ਹੋ, ਤਾਂ ਅਸੀਂ ਦੋਨੋਂ ਇਕੱਠੇ ਹੀ ਕਰਦੇ ਹਾਂ। ਪਿਆਰੇ ਸਰੋਤਿਓ, ਨੀ ਰਿਪਲੇਸਮੈਂਟ ਦੇ ਬੜੇ ਮਾਹਰ ਨੇ ਡਾਕਟਰ ਰੋਬਿਨ ਬੋਹਟ ਔਰ ਸਾਡੇ ਨਾਲ ਗੱਲਬਾਤ ਕਰ ਰਹੇ ਨੇ। ਗੱਲਬਾਤ ਨੂੰ ਅੱਗੇ ਤੋਰਦੇ ਹੋਏ ਡਾਕਟਰ ਸਾਹਿਬ, ਮੈਂ ਤੁਹਾਨੂੰ ਇੱਕ ਮੇਰੇ ਜ਼ਿਹਨ 'ਚ ਕੁਐਸਚਨ ਆਉਂਦਾ ਹੈ ਜਾਂ ਆਮ ਪੇਸ਼ੈਂਟਸ ਦੇ ਵਿੱਚ ਹੈ ਕਿ ਇਹਦੀ ਕਾਸਟ ਜਿਹੜੀ ਹੈ ਆਪਰੇਸ਼ਨਸ ਦੀ ਜਾਂ ਟੋਟਲ ਕਾਸਟ ਜਾਂ ਕਿਸ ਤਰੀਕੇ ਨਾਲ ਤੁਸੀਂ ਪੈਕੇਜ ਹੈ ਪਰਮਾਰ ਹਸਪੀਟਲ ਦੇ ਵਿੱਚ ਜਾਂ ਕਿਸ ਤਰੀਕੇ ਨਾਲ ਤੁਸੀਂ ਕਰਦੇ ਹੋ? ਹਾਂਜੀ ਡੈਫੀਨੇਟਲੀ ਇਹਦਾ ਅਸੀਂ ਪੈਕੇजेस ਹੀ ਬਣਾਏ ਹੋਏ ਨੇ ਅਕੋਰਡਿੰਗ ਟੂ ਰੂਮ ਕੈਟਾਗਰੀ, ਔਰ ਵਾਰਡ ਹੈ, ਟਵਿਨ ਸ਼ੇਅਰਿੰਗ ਰੂਮ ਹੈ, ਜਾਂ ਕਿਸੇ ਪੇਸ਼ੈਂਟ ਨੂੰ ਲੱਗਦਾ ਵੀ ਨਹੀਂ ਮੈਂ ਤਾਂ ਸਿੰਗਲ ਰੂਮ ਲੈਣਾ ਚਾਹੁੰਦਾ, including all the investigation surgery ਦੀਆਂ with the best implant available in our country, ਉਹ ਸਭ ਮਿਲਾ ਕੇ for 5 days stay including physiotherapy, surgery, everything, ਔਰ ਲਗਭਗ 1.4 ਤੋਂ 1.5 ਲੱਖ ਦਾ ਖਰਚਾ ਹੈ। 1.4 ਤੋਂ 1.5 ਲੱਖ, ਹਾਂਜੀ, including everything। ਜੇ ਆਪਾਂ ਗੱਲ ਕਰੀਏ ਕਿ 1.5 ਲੱਖ ਦੇ ਵਿੱਚ ਪੂਰਾ ਆਪਰੇਸ਼ਨ ਹੋ ਜਾਂਦਾ ਫॉर ਅ ਸਿੰਗਲ ਨੀ, ਫॉर ਅ ਸਿੰਗਲ ਨੀ, ਇਹ ਬੜਾ ਜ਼ਰੂਰੀ ਹੈ, ਫॉर ਅ ਸਿੰਗਲ ਨੀ, ਫॉर ਬੋਥ ਨੀਜ਼ ਇਟ ਇਜ਼ 2.5 ਦੇ ਵਿੱਚ ਜਿਹੜਾ ਹੈ 2.5। ਡਾਕਟਰ ਸਾਹਿਬ, ਇੱਕ ਇਹ ਵੀ ਜਿਹੜਾ ਨੀ ਰਿਪਲੇਸਮੈਂਟ ਦਾ ਪੋਸਟ ਆਪਰੇਟਿਵ ਜਿਹੜਾ ਹੈ ਐਕਸਰਸਾਈਜ਼ਸ ਜਾਂ ਫਿਜ਼ੀਓਥੈਰੇਪੀ ਦੀ ਤੁਸੀਂ ਗੱਲ ਕਰ ਰਹੇ ਸੀਗੇ, ਤਾਂ ਇਹ ਕਿੰਨੀ ਕੁ ਇੰਪੋਰਟੈਂਸ ਰੱਖਦੀ ਹੈ ਫਿਜ਼ੀਓਥੈਰੇਪੀ ਜਾਂ ਕਿੰਨੀ ਕੁ ਲੋਡ ਪੈਂਦੀ ਉਸ ਤੋਂ ਬਾਅਦ ਆਪਰੇਸ਼ਨ ਤੋਂ ਬਾਅਦ? ਆਪਰੇਸ਼ਨ ਤੋਂ ਬਾਅਦ ਫਿਜ਼ੀਓਥੈਰੇਪੀ ਦਾ ਡੈਫੀਨੇਟਲੀ ਰੋਲ ਹੈ, ਬਟ ਅਸੀਂ ਲੇਟੈਸਟ ਇੰਪਲਾਂਟਸ ਯੂਜ਼ ਕਰਦੇ ਹਾਂ, ਬਹੁਤ ਸਾਫ਼ ਤਰੀਕੇ ਨਾਲ ਆਪਰੇਸ਼ਨ ਕਰਨਾ। ਉਸ ਤੋਂ ਬਾਅਦ ਫਿਜ਼ੀਓਥੈਰੇਪੀ ਦਾ ਇੱਕ ਡੈਫੀਨੇਟ ਰੋਲ ਤਾਂ ਹੈ, ਉਹ ਕੁਝ ਸਮੇਂ ਤੱਕ ਹੀ ਹੈ। ਉਸ ਤੋਂ ਬਾਅਦ ਵਨਸ ਪੇਸ਼ੈਂਟ ਆਰ ਕੰਫਰਟੇਬਲ, ਉਹ ਚੱਲਣਾ ਫਿਰਨਾ ਸ਼ੁਰੂ ਕਰ ਦਿੰਦੇ ਆ, ਦੈਨ ਸਾਰੀ ਫਿਜ਼ੀਓਥੈਰੇਪੀ ਹੁੰਦੀ ਹੈ। ਸਾਰੀ ਵਾਕ ਇਟਸੈਲਫ ਇਜ਼ ਇਹ ਤਾਂ ਫਿਜ਼ੀਓਥੈਰੇਪੀ, ਜਿੰਨਾ ਉਹ ਚੱਲਦੇ ਫਿਰਦੇ ਰਹਿਣਗੇ ਉਹਨਾਂ ਇੰਪਰੂਵ ਕਰਦੇ ਰਹਿਣਗੇ। ਜੀ। ਡਾਕਟਰ ਸਾਹਿਬ, ਤੁਹਾਡਾ ਕਾਫੀ ਐਕਸਪੀਰੀਅੰਸ ਹੈ ਇਸ ਨੀ ਰਿਪਲੇਸਮੈਂਟ ਦਾ। ਮੈਂ ਚਾਹਾਂਗਾ ਕਿ ਸਾਡੇ ਸਰੋਤਿਆਂ ਨੂੰ ਦੱਸੋ ਕਿ ਕੋਈ ਤੁਸੀਂ ਸਪੈਸ਼ਲ ਟ੍ਰੇਨਿੰਗ ਇਸ ਦੇ ਵਿੱਚ ਕੋਈ ਸਪੈਸੀਫਿਕ ਟ੍ਰੇਨਿੰਗ ਵੀ ਲੈਣੀ ਪੈਂਦੀ ਹੈ ਜਾਂ ਤੁਸੀਂ ਲਈ ਹੈ? ਹਾਂ, ਨਹੀਂ, ਮੈਂ ਇਸ 'ਚ 2018 'ਚ ਮੈਂ ਥੋੜੇ ਟਾਈਮ ਲਈ ਇੰਗਲੈਂਡ ਗਿਆ ਸੀ ਨੀ ਰਿਪਲੇਸਮੈਂਟ ਸਿੱਖਣ, ਤੋਂ ਅਸੀਂ ਉਹੀ ਸਿਸਟਮ ਉਰੇ ਰੀਕ੍ਰੀਏਟ ਕਰ ਰਹੇ ਹਾਂ ਜੋ ਇੰਗਲੈਂਡ ਦੇ ਵਿੱਚ, ਜੋ ਅਸੀਂ ਉੱਥੇ ਇੰਪਲਾਂਟਸ ਯੂਜ਼ ਕਰਦੇ ਸੀ ਜਾਂ ਉਰੇ ਜੋ ਟੈਕਨੀਕ ਉੱਥੇ ਯੂਜ਼ ਕਰਦੇ ਸੀ, ਤਾਂ ਵੀ ਰੀਕ੍ਰੀਏਟ ਦੈਟ ਹੈ। ਕੁਝ ਦੇਰ ਲਈ ਤੁਸੀਂ ਇੰਗਲੈਂਡ ਦੇ ਵਿੱਚ ਜਿਹੜਾ ਹੈ ਆਪਣੀ ਟ੍ਰੇਨਿੰਗ ਕੰਪਲੀਟ ਕੀਤੀ ਹੈ।
ਡਾਕਟਰ ਸਾਹਿਬ ਜੇਕਰ ਅਸੀਂ ਪੋਸਟ ਆਪਰੇਟਿਵ ਐਕਸਰਸਾਈਜ਼ ਦੀ ਜਿਵੇਂ ਤੁਸੀਂ ਮਿਥ ਖਤਮ ਕੀਤੀ ਹੈ, ਇਸ ਤੋਂ ਇਲਾਵਾ ਜਿਹੜਾ ਹੈ ਪੋਸਟ ਆਪਰੇਟਿਵ ਹਸਪੀਟਲ ਦੇ ਵਿੱਚ ਕਿੰਨਾ ਕੁ ਸਮਾਂ ਲੱਗਦਾ ਹੈ? Hospital 'ਚ ਜੇ ਜੀ, ਅੱਜ ਮੰਨ ਲਓ ਕਿਸੇ ਦੀ ਸਰਜਰੀ ਹੋਈ ਹੈ ਠੀਕ ਹੈ ਤਾਂ ਜੀ। ਉਸ ਨੂੰ ਕਿੰਨੇ ਕੁ ਦਿਨ ਦੇ ਵਿੱਚ ਜਿਹੜਾ ਤੁਸੀਂ ਹਸਪੀਟਲ ਤੋਂ ਘਰ ਲਈ ਰਿਲੀਜ਼ ਕਰਦੇ ਠੀਕ ਹੈ ਜੀ। ਅਸੀਂ 5 ਦਿਨ ਰੱਖਦੇ ਹਾਂ ਜਨਰਲੀ, ਪੇਸ਼ੈਂਟ ਨੂੰ 5 ਤੋਂ 6 ਦਿਨ ਆਪਣੇ ਕੋਲ ਰੱਖਦੇ ਹਾਂ। ਤੇ ਅਸੀਂ ਪੇਸ਼ੈਂਟ, ਸਾਡੀ ਕੋਸ਼ਿਸ਼ ਹੁੰਦੀ ਹੈ ਪੇਸ਼ੈਂਟ ਨੂੰ ਸ਼ਾਮ ਨੂੰ ਜਾਂ ਅਗਲੇ ਨੈਕਸਟ ਡੇ ਤੋਂ ਚੱਲਣਾ ਫਿਰਨਾ ਸ਼ੁਰੂ ਕਰ ਦਿੰਦਾ ਪੇਸ਼ੈਂਟ। ਜੀ। 5 ਦਿਨ ਚ ਪੇਸ਼ੈਂਟ ਇੰਨਾ ਕਿ ਇੰਡੀਪੈਂਡੈਂਟ ਹੋ ਜਾਂਦਾ ਵੀ ਉਹ ਆਪਣੇ ਆਪ ਆਪਣੀ ਰੂਟੀਨ ਐਕਟੀਵਿਟੀਜ਼ ਜਿਵੇਂ ਵਾਸ਼ਰੂਮ ਜਾਣਾ, ਵਾਪਸ ਬੈੱਡ ਤੇ ਆ ਜਾਣਾ, ਉਹਨੂੰ ਕਿਸੇ ਹੈਲਪ ਦੀ ਲੋੜ ਨਹੀਂ ਪੈਂਦੀ ਇਹ ਚੀਜ਼ਾਂ ਕਰਨ ਲਈ। ਜੀ। ਬਾਏ ਦਾ ਟਾਈਮ ਉਹ ਕਰ ਜਾਂਦਾ ਹੈ ਤਾਂ ਉਹ ਇਹ ਸਾਰਾ ਕੁਝ ਆਪਣੇ ਆਪ ਕਰ ਪਾਉਂਦਾ ਹੈ। ਡਾਕਟਰ ਸਾਹਿਬ ਜੇਕਰ ਅਸੀਂ ਪੋਸਟ ਆਪਰੇਟਿਵ ਪੀਰੀਅਡ ਦੀ ਗੱਲ ਕਰੀਏ, ਟੈਨਿਓਰ ਦੀ ਗੱਲ ਕਰੀਏ, ਕੋਈ ਮੈਡੀਕੇਸ਼ਨ ਦੀ ਲੋੜ ਪੈਂਦੀ ਹੈ? ਹਾਂ, ਡੈਫੀਨਿਟਲੀ ਸਾਨੂੰ ਆਈਵੀ ਐਂਟੀਬਾਇਓਟਿਕਸ ਤਾਂ ਦੇਣੇ ਪੈਂਦੇ ਆ ਜਦੋਂ ਪੇਸ਼ੈਂਟ ਸਾਡੇ ਕੋਲ ਐਡਮਿਟਡ ਹੁੰਦਾ ਹੈ। ਜੀ। ਬਾਏ ਦਾ ਟਾਈਮ ਤੁਸੀਂ ਘਰ ਜਾਂਦੇ ਹੋ ਤਾਂ ਬੇਸਿਕ ਹਲਕੀਆਂ ਦਰਦ ਦੀਆਂ ਦਵਾਈਆਂ ਚੱਲਦੀਆਂ ਨੇ ਜਦ ਤੱਕ ਤੁਹਾਡੇ ਟਾਂਕੇ ਖੁੱਲ੍ਹਣੇ ਆ। ਉਹ ਤੋਂ ਬਾਅਦ ਕੋਈ ਖਾਸ ਮੈਡੀਸਨ ਦੀ ਤੁਹਾਨੂੰ ਲੋੜ ਨਹੀਂ ਪੈਂਦੀ। ਮੈਡੀਸਨ ਦੀ ਲੋੜ ਇੱਕ ਵਾਰ ਤੁਸੀਂ ਫॉर ਅ ਲੌਂਗ ਪੀਰੀਅਡ ਆਫ ਟਾਈਮ ਕੋਈ ਮੈਡੀਸਨ ਦੀ ਲਗਾਤਾਰ ਖਾਣ ਦੀ ਲੋੜ ਨਹੀਂ ਹੈ। ਜੇ ਕਿਸੇ ਦਾ ਸਰਜਰੀ ਹੋਈ ਹੈ ਤਾਂ ਉਹ ਇਹ ਨਹੀਂ ਹੈ ਕਿ ਉਸ ਨੂੰ ਹਮੇਸ਼ਾ ਨਾਲ ਮੈਡੀਸਿਨਸ ਵੀ ਨਹੀਂ ਲੈਣੀਆਂ ਨਹੀਂ, ਪੈਣਗੀਆਂ। ਹਲਕੀਆਂ ਫੁਲਕੀਆਂ ਮੈਡੀਸਿਨਸ ਚੱਲਦੀਆਂ 2 ਹਫ਼ਤੇ ਲਈ, ਉਸ ਤੋਂ ਬਾਅਦ ਬੰਦ ਹੋ ਜਾਂਦੀਆਂ। ਜੀ। ਡਾਕਟਰ ਸਾਹਿਬ ਮੈਂ ਚਾਹਾਂਗਾ ਕਿ ਸਾਡੇ ਸਰੋਤਿਆਂ ਨੂੰ ਦੱਸੋ ਕਿ ਇਸ ਤੋਂ ਬਾਅਦ ਜਦੋਂ ਆਪਰੇਟ ਹੋ ਜਾਂਦਾ ਹੈ, ਜਦੋਂ ਸਰਜਰੀ ਹੋ ਜਾਂਦੀ ਹੈ ਤਾਂ ਕਿਹੜੀਆਂ ਪ੍ਰੀਕਾਸ਼ਨਸ ਜਿਹੜੀਆਂ ਪੇਸ਼ੈਂਟ ਨੂੰ ਰੱਖਣੀਆਂ ਪੈਂਦੀਆਂ ਨੇ? ਪ੍ਰੀਕਾਸ਼ਨ ਅਸੀਂ 2 ਹਫ਼ਤੇ ਪੇਸ਼ੈਂਟ ਨੂੰ ਜ਼ਰੂਰ ਕਹਿੰਦੇ ਆ ਇੱਕ ਵਾਕਰ ਯੂਜ਼ ਕਰਨ ਲਈ। ਜੀ। ਉਹਦੇ ਨਾਲ ਸਾਨੂੰ ਇਹ ਹੁੰਦਾ ਵੀ ਪੇਸ਼ੈਂਟ ਮੈਡੀਕੇਸ਼ਨਸ ਲੈ ਰਿਹਾ ਹੈ। ਕਈ ਵਾਰ ਲੋਕ ਚੱਕਰ ਆਉਂਦਾ ਹੈ, ਲੋਕੀ ਗਿਰ ਵੀ ਜਾਂਦੇ ਨੇ, ਹਨਾ। ਦੇयर ਆਰ ਟਾਈਮਸ ਵੈਨ ਕਿਸੇ ਨੂੰ ਕੋਈ ਫ੍ਰੈਕਚਰ ਹੋ ਗਿਆ ਗਿਰ ਕੇ, ਬਿਕੋਜ਼ ਇਸ ਉਮਰ 'ਚ ਹੱਡੀਆਂ ਵੀ ਥੋੜੀ ਵੀਕ ਹੁੰਦੀਆਂ ਨੇ। ਤੋ ਬਸ ਇਹੀ ਇੱਕ ਪ੍ਰੀਕਾਸ਼ਨਸ ਹੈ। ਬਾਕੀ ਜਿੰਨਾ ਪੇਸ਼ੈਂਟਸ ਮੋਬਾਈਲ ਹੋਣਗੇ, ਜਿੰਨਾ ਚੱਲਦੇ ਫਿਰਦੇ ਆ, ਦੇ ਲੀਡ ਅ ਨਾਰਮਲ ਲਾਈਫ। ਜੀ। ਜਿਹੜਾ ਨੀ ਰਿਪਲੇਸਮੈਂਟ ਦੇ ਵਿੱਚ ਜੋ ਪ੍ਰੋਸੀਜਰ ਹੈ, ਜਿੰਨਾ ਕੁ ਟੈਨਿਓਰ ਹੈ, ਪੀਰੀਅਡ ਹੈ, ਜਾਂ ਉਹਦਾ ਸਿਸਟਮ ਹੈ ਤੁਹਾਡਾ ਸਾਰਾ, ਉਹੀ ਜੇ ਹਿਪ ਰਿਪਲੇਸਮੈਂਟ ਦੀ ਗੱਲ ਕਰੀਏ ਸਾਰੀਆਂ ਗੱਲਾਂ ਉੱਥੇ ਵੀ ਲਾਗੂ ਹੁੰਦੀਆਂ ਨੇ? ਹਾਂ, ਸਿਮਿਲਰਲੀ ਹਿਪ ਰਿਪਲੇਸਮੈਂਟ ਵੀ ਸੇਮ ਹੀ ਸਰਜਰੀ ਹੈ। ਅਸੀਂ ਬਸ ਹਿਪ ਨੂੰ ਕੈਪ ਕਰ ਰਹੇ ਹਾਂ ਤੇ ਉਸ ਟਾਈਮਿੰਗਸ ਜਿਹੜਾ ਹੈ ਤੁਹਾਡੇ ਡਿਊਰੇਸ਼ਨ हाँ, ड्यूरेशन वो सब सेम है, ड्यूरेशन सेम है और पेशेंट अगले दिन तो चलना फिरना शुरू कर देंगे ने। और बस इस जॉइंट चेंज हो गया, बट अदरवाइज बाकी चीज़ें ऑलमोस्ट सेम ने, ऑलमोस्ट सेम ने। ਜੀ। ਡਾਕਟਰ ਸਾਹਿਬ ਕਈ ਵਾਰੀ ਦੇਖਣ ਜਾਂਦਾ ਕਿ ਬਹੁਤ ਬਜ਼ੁਰਗ ਜਿਨ੍ਹਾਂ ਦੀ ਏਜ ਬਹੁਤ ਜ਼ਿਆਦਾ ਹੈ, ਕੋਈ 80 ਇਅਰਸ ਹੈ, 88 ਪਲੱਸ ਹੈ, 90 ਪਲੱਸ ਹੈ, ਉਹਨਾਂ ਪੇਸ਼ੈਂਟਸ ਨੂੰ ਵੀ ਕੀਤਾ ਜਾ ਸਕਦਾ ਉਹਨਾਂ ਦਾ? ਹਾਂਜੀ, ਡੈਫੀਨੇਟਲੀ ਅਸੀਂ ਲਾਸਟ ਮੰਥ ਹੀ 85 ਈਅਰ 올ਡ ਪੇਸ਼ੈਂਟ ਲਈ ਦੋਨੋਂ ਨੀਜ਼ ਚੇਂਜ ਕੀਤੇ ਸੀ ਇੱਥੇ ਰੋਪੜ 'ਚ ਜੀ। ਤੋ ਉਹਨਾਂ 'ਚ ਸਾਡਾ ਗੋਲ ਵੱਖਰਾ ਹੁੰਦਾ ਹੈ। ਉਸ 'ਚ ਅਸੀਂ ਇਹ ਨਹੀਂ ਚਾਹੁੰਦੇ ਵੀ ਪੇਸ਼ੈਂਟ ਬਾਹਰ ਕਮਿਊਨਿਟੀ 'ਚ ਜਾ ਕੇ ਘੁੰਮਣਾ ਫਿਰਨਾ ਸ਼ੁਰੂ ਕਰ ਦੇ। ਸਾਨੂੰ ਇਹ ਹੁੰਦਾ ਬੰਦਾ ਇਸ ਉਮਰ 'ਚ ਆਪਣੇ ਬੇਸਿਕ रूटीन एक्टिविटीज़ जिमें खाना खाना, डाइनिंग टेबल तक जाना, वॉशरूम तक जाना, वो अपने आप कर ले, वो बिल्कुल इंडिपेंडेंट हो जाए। इंडिपेंडेंट हो जाए कि ये नहीं है एज के मुताबिक तो चलो बिल्कुल ठीक है कि वो बिल्कुल प्रोएक्टिव होके बाहर नहीं जा सकता, लेकिन है कि जिन्ना को एज के मुताबिक वो ओदी मूवमेंट अच्छी इंडिपेंडेंट हो सकता है। हाँ, डेफिनेटली। ਤਾਂ ਪਿਆਰੇ ਸਰੋਤਿਓ, ਬਜ਼ੁਰਗਾਂ ਦੇ ਲਈ ਵੀ ਆਪਰੇਸ਼ਨ ਕਰਵਾਇਆ ਜਾ ਸਕਦਾ ਹੈ। ਮੇਰਾ ਮਤਲਬ ਇਹ ਸੀਗਾ ਕਿ ਇੱਕ ਮਿਥ ਬਣਦੀ ਹੈ ਕਿ ਕਈ ਵਾਰ ਕਿ ਬਜ਼ੁਰਗ ਜਿਹੜੇ ਹੈ ਜਿਨ੍ਹਾਂ ਦੀ ਏਜ ਬਹੁਤ ਜ਼ਿਆਦਾ ਹੋ ਜਾਂਦੀ, ਸ਼ਾਇਦ ਉਹਨਾਂ ਦੀ ਸਰਜਰੀ ਹੋ ਸਕਦੀ ਜਾਂ ਨਹੀਂ ਹੋ ਸਕਦੀ। ਇਸ ਕਰਕੇ ਮੈਂ ਇਹ ਸਵਾਲ ਕੀਤਾ ਸੀ ਤੁਹਾਨੂੰ। ਡਾਕਟਰ ਸਾਹਿਬ ਜਿਹੜਾ ਇੰਸ਼ੋਰੈਂਸ ਹੈਗਾ, ਮੈਡੀਕਲੇਮ ਇੰਸ਼ੋਰੈਂਸ ਜਿਹੜੀ ਅੱਜ ਕੱਲ ਹੈਲਥ ਇੰਸ਼ੋਰੈਂਸ, ਕਿਉਂਕਿ ਸਾਡੀ ਜਿਹੜੀ ਹੈਲਥ ਟਾਕ ਚੱਲ ਰਹੀ ਹੈ ਤਾਂ ਹੈਲਥ ਇੰਸ਼ੋਰੈਂਸ ਦਾ ਇੱਕ ਮੁੱਦਾ ਬੜਾ ਇੰਪੋਰਟੈਂਟ ਹੈ ਕਿ ਹੈਲਥ ਇੰਸ਼ੋਰੈਂਸ ਦੇ ਵਿੱਚ ਇਹ ਚੀਜ਼ ਕਵਰਡ ਹੈ, ਨੀ ਰਿਪਲੇਸਮੈਂਟ? ਹਾਂਜੀ, ਮੋਸਟ ਆਫ ਦਾ ਇੰਸ਼ੋਰੈਂਸ ਕੰਪਨੀ ਸਾਡੇ ਪਰਮਾਰ ਹਸਪੀਟਲ ਰੋਪੜ ਦੇ ਪੈਨਲ ਦੇ ਹੀ ਨੇ ਜੀ। ਤੇ ਅਸੀਂ ਰੂਟੀਨਲੀ ਕਰਦੇ ਹਾਂ, ਹੈਲਥ ਇੰਸ਼ੋਰੈਂਸ 'ਚ ਹੀ ਇਨਕਲੂਡਡ ਹੁੰਦਾ ਨੀ ਰਿਪਲੇਸਮੈਂਟ ਵੀ। ਇਸ ਤੋਂ ਇਲਾਵਾ ECHS ਵਗੈਰਾ? ਹਾਂ, ECHS ਸਾਰਾ, ਵੀ ਆਰ ਐਨ ECHS ਪੈਨਲ ਹਸਪੀਟਲ। ECHS ਦੇ ਕਾਫੀ ਪੇਸ਼ੈਂਟਸ ਆ ਰਹੇ ਨੀ ਰਿਪਲੇਸਮੈਂਟ ਕਰ ਰਹੇ ਆ ਉਹਨਾਂ ਦੀ। ਜੀ। ਡਾਕਟਰ ਸਾਹਿਬ ਮੈਂ ਚਾਹਾਂਗਾ ਕਿ ਜਾਂਦੇ ਜਾਂਦੇ ਇੱਕ ਕਹਿੰਦੇ ਨਾ ਵੀ ਇੱਕ ਪੂਰਾ ਕਨਕਲੂਜਨ ਜਿਹੜਾ ਹੈ ਸਟਾਕ ਦਾ ਸਾਡੇ ਸਰੋਤਿਆਂ ਨੂੰ ਤੇ ਪੇਸ਼ੈਂਟਸ ਜਿਹੜੇ ਸੰਭਾਵੀ ਨੇ ਉਹਨਾਂ ਨੂੰ ਕੋਈ ਗੱਲਬਾਤ ਤੁਸੀਂ ਕਹਿਣੀ ਚਾਹੋ ਤਾਂ ਜ਼ਰੂਰ ਇਸ ਟਾਕ ਦੇ ਵਿੱਚ ਮੈਸੇਜ ਜ਼ਰੂਰ ਦਿਓ ਸਾਨੂੰ। ਮੇਰਾ ਇਹੀ ਮੈਸੇਜ ਹੈ ਸਾਰੇ ਸਰੋਤਿਆਂ ਨੂੰ ਵੀ ਲਾਈਫ ਇਜ਼ ਟੂ ਪ੍ਰੀਸ਼ੀਅਸ ਟੂ ਬੀ ਵੇਸਟਡ ਔਨ ਆਰਥਰਾਈਟਿਸ। ਇਹ ਇਦਾਂ ਦੀ ਬਿਮਾਰੀ ਹੈ ਜਿਹੜੀ ਕਿ ਲਾਈਫ ਦੀ ਲੌਂਗੇਵਿਟੀ ਵੱਧ ਰਹੀ ਹੈ ਤਾਂ ਇਹ ਪ੍ਰੋਬਲਮ ਵੀ ਵੱਧ ਰਹੀ ਹੈ, ਪਰ ਆਪਾਂ ਇਹਨੂੰ ਖੁਦ ਸੈਲਫ ਟਰੀਟ ਕਰਕੇ ਜਾਂ ਕਿਸੇ ਅਨਕੁਆਲੀਫਾਈਡ ਬੰਦੇ ਕੋ ਜਾ ਕੇ ਟਾਈਮ ਵੇਸਟ ਨਾ ਕਰੀਏ। ਵੀ ਜਦ ਤੁਹਾਨੂੰ ਕੋਈ ਸਿੰਪਟਮਸ ਲੱਗਦੇ ਆ ਵੀ ਮੇਰੇ ਨੂੰ ਇਹ ਨੀ ਦੀ ਪ੍ਰੋਬਲਮ ਹੈ ਤਾਂ ਆਪਣੇ ਆਰਥੋਪੈਡਿਕ ਸਰਜਨ ਨੂੰ ਛੇਤੀ ਤੋਂ ਛੇਤੀ ਮਿਲੋ। ਤੁਸੀਂ ਇਹਨੂੰ ਆਪਾਂ ਰੋਕ ਵੀ ਸਕਦੇ ਹਾਂ ਤੇ ਇਹਨੂੰ ਕਿਉਰ ਵੀ ਕਰ ਸਕਦੇ ਹਾਂ। ਡਾਕਟਰ ਸਾਹਿਬ
ਬਹੁਤ ਵਧੀਆ ਜਾਣਕਾਰੀ ਤੁਸੀਂ ਸਾਡੇ ਸਰੋਤਿਆਂ ਨੂੰ ਦਿੱਤੀ। ਬੱਲੇ ਬੱਲੇ ਰੇਡੀਓ ਦੀ ਪੂਰੀ ਟੀਮ ਜਿਹੜੀ ਹੈ ਤੁਹਾਡਾ ਧੰਨਵਾਦ ਕਰਦੀ ਹੈ ਕਿ ਤੁਸੀਂ ਇਸ ਪ੍ਰੋਗਰਾਮ ਦੇ ਲਈ, ਸਾਡੀ ਹੈਲਥ ਟਾਕ ਦੇ ਲਈ ਸਮਾਂ ਕੱਢਿਆ। ਥੈਂਕ ਯੂ ਸੋ ਮਚ। ਥੈਂਕ ਯੂ ਟੂ ਬੱਲੇ ਬੱਲੇ ਰੇਡੀਓ।